ਹਰਿਓ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 133 ਤੇ ਜਿੱਥੋਂ ਪੈਰਾ ਬਦਲਦਾ ਹੈ 12 ਮਾਹ। 12 ਹਿੰਦੀ ਦਾ ਸ਼ਬਦ ਹੈ। ਹਿੰਦੀ 12 ਨਹੀਂ ਮੈਨੂੰ ਪੜ੍ਹਨਾ। 11 12 13 14 15 16 17 18 ਇਸ ਤਰ੍ਹਾਂ ਹੁੰਦੇ ਨੇ। ਜਿਵੇਂ ਅਖੀਰਲੀ ਲਾਈਨ ਹੈ ਗੁਰੂ ਗ੍ਰੰਥ ਦੀ 18 ਹੈ 10 20, ਉਹਨੂੰ 18 10 20 ਨੇ ਨਕਰ ਨਹੀਂ ਬੋਲ ਦੇਣਾ। ਹਿੰਦੀ 'ਚ ਇਹਦਾ ਉਚਾਰਨ ਹੈ 12, ਜਿਹਨੂੰ 12 ਕਹਿੰਦੇ 12। ਮਾਹ, ਮਾਹ ਕਹਿੰਦੇ ਮਹੀਨੇ ਨੂੰ। 12 ਮਾਹ ਉਹ ਬਾਣੀ ਜਿਸ 12 ਮਹੀਨਿਆਂ ਦਾ ਵਰਣਨ ਕੀਤਾ ਗਿਆ ਹੈ। ਮਾਝ ਮਹਿਲਾ ਪੰਜਵਾਂ, ਘਰ ਚੌਥਾ, ਪੰਚਮ ਪਾਤਸ਼ਾਹ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਾ ਪਰਮਾਤਮਾ, ਸਤਿਗੁਰ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਿਹਨੇ ਪਰਮਾਤਮਾ ਪ੍ਰਾਪਤ ਕਰਨਾ ਉਹਨੂੰ ਪਹਿਲਾਂ ਤਾਂ ਗੁਰੂ ਵਾਲਾ ਹੋਣਾ ਪੈਣਾ, ਫਿਰ ਗੁਰੂ ਮਹਾਰਾਜ ਦੇ ਆਖੇ ਲੱਗਣੇ ਤਾਂ ਕਿਰਪਾ ਹੁੰਦੀ ਹੈ। ਮੰਨ ਲਓ ਤੁਹਾਡਾ ਬੱਚਾ ਹੈ, ਉਹ ਸਕੂਲ 'ਚ ਦਾਖਲ ਹੋ ਗਿਆ ਹੈ, ਸਕੂਲ ਦਾਖਲ ਹੋ ਗਿਆ, ਪਰ ਅਗਰ ਉਹ ਹੋਮਵਰਕ ਕਰਦੇ ਹੀ ਨਹੀਂ, ਉਹ ਸਕੂਲ ਦਾ ਕੰਮ ਕਰਦੇ ਹੀ ਨਹੀਂ, ਤਾਂ ਟੀਚਰਾਂ ਦੀ ਉਸ 'ਤੇ ਖੁਸ਼ੀ ਨਹੀਂ ਹੋਵੇਗੀ। ਇਸ ਤਰ੍ਹਾਂ ਮੰਨ ਲਓ ਮੈਂ ਅੰਮ੍ਰਿਤਧਾਰੀ ਹੋ ਗਿਆ, ਮੈਂ ਗੁਰੂ ਵਾਲਾ ਹੋ ਗਿਆ, ਅਗਰ ਮੈਂ ਗੁਰੂ ਦੀ ਗੱਲ ਨਹੀਂ ਮੰਨਦਾ, ਮੇਰੇ 'ਤੇ ਗੁਰੂ ਦੀ ਕਿਰਪਾ ਹੀ ਨਹੀਂ ਹੋਣੀ, ਚਾਹੇ ਸਾਰੀ ਉਮਰ ਲੱਗਾ ਰਹਾਂ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ। ਅਗਰ ਮੈਂ ਗੁਰੂ ਮਹਾਰਾਜ ਦੀ ਗੱਲ ਹੀ ਨਹੀਂ ਮੰਨਦਾ, ਮੈਂ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਕਰਦੇ ਹੀ ਨਹੀਂ, ਤਾਂ ਮੇਰੇ 'ਤੇ ਫਿਰ ਕਿਰਪਾ ਨਹੀਂ ਹੋਵੇਗੀ। ਸੋ ਪਰਮਾਤਮਾ ਵੀ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਮੇਰਾ ਗੁਰੂ ਧਾਰਨ ਕਰਨ ਨਾਲ ਨਹੀਂ ਮਿਲਦਾ। ਹਾਂ, ਜਿਹਨੇ ਪਰਮਾਤਮਾ ਉਹਦੇ ਲਈ ਹਾਂ ਗੁਰੂ ਧਾਰਨ ਕਰਨਾ ਜ਼ਰੂਰੀ ਹੈ, ਕਿ ਗੁਰੂ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ। ਉਹਨੇ ਇੱਕ ਵਿਧਾਨ ਬਣਾਇਆ ਹੋਇਆ ਆਪਣਾ ਕਿ ਮੈਂ ਸਿੱਧਾ ਕਿਸੇ ਨੂੰ ਨਹੀਂ ਮਿਲਣਾ, ਮੈਂ ਗੁਰੂ ਰਾਹੀਂ ਮਿਲਣਾ ਹੈ। ਗੁਰੂ ਜਿਹਦੀ ਸਿਫਾਰਿਸ਼ ਕਰ ਦੇਗਾ ਮੈਂ ਉਸ ਨੂੰ ਮਿਲ ਪਾਂਗਾ, ਮੈਂ ਗੁਰੂ ਦੀ ਗੱਲ ਨਹੀਂ ਮੋੜਦਾ। ਪਰਮਾਤਮਾ ਆਪਣੇ ਭਗਤ ਦੀ ਗੱਲ ਨਹੀਂ ਮੋੜਦਾ। ਭਗਤ ਜੋ ਵੀ ਪਰਮਾਤਮਾ ਨੂੰ ਕਹਿੰਦਾ, ਪਰਮਾਤਮਾ ਖਿੜੇ ਮੱਥੇ ਉਸ ਗੱਲ ਨੂੰ ਮੰਨ ਲੈਂਦਾ ਹੈ। ਇਸ ਲਈ ਜਦੋਂ ਗੁਰੂ ਮਹਾਰਾਜ ਸਾਡੀ ਸਿਫਾਰਿਸ਼ ਕਰ ਦੇਣਗੇ, ਬਸ ਫਿਰ ਪਰਮਾਤਮਾ ਸਾਨੂੰ ਮਿਲ ਪਏਗਾ। ਅੱਗੇ ਕਹਿੰਦੇ ਕਿਰਤ ਕਰਮ ਕੇ ਵੀ ਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਇਹਨੂੰ ਸਾਮ ਪੜ੍ਹਨੇ, ਸ਼ਾਮ ਨਹੀਂ ਪੜ੍ਹ ਦੇਣਾ। ਸਾਮ ਹੁੰਦਾ ਸ਼ਰਨ। ਥਕ ਆਏ ਪ੍ਰਭ ਕੀ ਸਾਮ, ਧੇਨ ਦੁਧੈ ਤੇ ਬਹਰੀ। ਹਿੰਦੀ ਦਾ ਸ਼ਬਦ ਹੈ ਧੇਨੂ, ਗਊ ਨੂੰ ਕਹਿੰਦੇ। ਆਪਾਂ ਗਾਂ ਜਾਂ ਗਊ ਕਹਿੰਦੇ, ਹਿੰਦੀ ਕਹਿੰਦੇ ਧੇਨੂ। ਸਪੈਲਿੰਗ ਹਿੰਦੀ ਵਾਲੇ ਰੱਖੇ ਹੋਏ ਨੇ। ਉਂਝ ਧੇਨੂ ਇਸਤਰੀ ਲਿੰਗ ਹੈ। ਗੁਰਬਾਣੀ ਅਨੁਸਾਰ ਜਿਹੜਾ ਇਸਤਰੀ ਲਿੰਗ ਸ਼ਬਦ ਹੁੰਦਾ ਹੈ, ਉਹਦੇ ਅਖੀਰ ਲਿਖਣ ਨੂੰ ਔਂਕੜ ਨਹੀਂ ਹੁੰਦਾ, ਪਰ ਧੇਨ ਗਊ ਹੈ, ਇਸਤਰੀ ਲਿੰਗ ਹੈ। ਇੱਥੇ ਨੰਨ ਔਂਕੜ ਕਿਉਂ ਹੈ? ਕਿਉਂਕਿ ਧੇਨੂ ਪੰਜਾਬੀ ਦਾ ਸ਼ਬਦ ਹੀ ਨਹੀਂ, ਇਹ ਹਿੰਦੀ ਦਾ ਸ਼ਬਦ ਹੈ, ਇਸ ਲਈ ਉਹੀ ਸਪੈਲਿੰਗ ਰੱਖੇ ਹੋਏ ਹਨ ਗੁਰਬਾਣੀ 'ਚ। ਜਿਵੇਂ ਵਸਤ ਹੈ, ਵਾਵਾ ਸੱਸਾ ਤੱਤੇ ਔਂਕੜ, ਵਸਤ ਪੰਜਾਬੀ ਦਾ ਨਹੀਂ ਹੈ, ਇਹ ਹਿੰਦੀ ਦਾ ਸ਼ਬਦ ਹੈ ਵਸਤੂ। ਵਸਤੂ ਨੂੰ ਉਸੇ ਤਰ੍ਹਾਂ ਹੀ ਗੁਰਬਾਣੀ 'ਚ ਵਰਤਿਆ ਗਿਆ। ਸਿਰਫ ਗੁਰਬਾਣੀ ਦੇ ਨਿਯਮ ਅਨੁਸਾਰ ਉਹਨੂੰ ਆਪਾਂ ਵਸਤ ਬੋਲਦੇ ਹਾਂ, ਵਸਤੂ ਨਹੀਂ ਬੋਲਦੇ। ਔਂਕੜ ਤੱਤੇ ਨੂੰ ਉਸੇ ਤਰ੍ਹਾਂ ਰੱਖਿਆ ਹੋਇਆ ਹੈ, ਕਿਉਂਕਿ ਅਸਲੀ ਸ਼ਬਦ ਹੈ, ਇਸ ਲਈ ਸਪੈਲਿੰਗ ਉਹੀ ਰੱਖੇ ਨੇ ਗੁਰਬਾਣੀ 'ਚ। ਧੇਨੂ ਹਿੰਦੀ ਦਾ ਸ਼ਬਦ ਹੈ, ਜਿਹਦਾ ਅਰਥ ਹੈ ਗਊ।
ਹਾਂ, ਗੁਰਬਾਣੀ ਦੇ ਨਿਯਮ ਅਨੁਸਾਰ ਅਸੀਂ ਉਸ ਨੂੰ ਧੇਨ ਬੋਲਦੇ ਹਾਂ। ਧੇਨ ਦੁਧੈ ਤੇ ਬਾਹਰੀ, ਕਿਤੇ ਨ ਆਵੈ ਕੌਮ, ਜਲ ਬਿਨ ਸ਼ਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਹਰ ਨਾਹ, ਇਹਨੂੰ ਨਾ ਨਹੀਂ ਪੜ੍ਹਨਾ, ਨਾ ਹੁੰਦਾ ਨਹੀਂ, ਨਾਹ ਪੜ੍ਹਨਾ ਬਿੰਦੀ ਤੋਂ ਬਿਨਾ, ਨਾ ਹੁੰਦਾ ਪਤੀ, ਪ੍ਰਭੂ ਪਤੀ। ਹਰ ਨਾਹ ਨ ਮਿਲੀਐ ਸਾਜਨ, ਕਤ ਪਾਈਐ ਬਿਸ਼ਰਾਮ। ਜਿਤ ਘਰ ਹਰ ਕੰਤ ਨ ਪ੍ਰਗਟੀ, ਪਾਠ ਨਗਰ ਸੇ ਗ੍ਰਾਮ। ਸਰਬ, ਇਹਨੂੰ ਸਰਬ ਨਹੀਂ ਪੜ੍ਹਨਾ, ਭਾਵੇਂ ਲਿਖਿਆ ਸਰਬ ਹੈ, ਸਰਬ ਨਹੀਂ ਸ਼ਬਦ ਹੁੰਦਾ, ਸਰਬ ਹੁੰਦਾ ਸ਼ਬਦ, ਹਿੰਦੀ 'ਚ ਵੀ ਅਤੇ ਪੰਜਾਬੀ 'ਚ ਵੀ। ਅਸਲੇ ਹਿੰਦੀ ਦਾ ਸ਼ਬਦ ਹੈ ਸਰਵ, ਹਿੰਦੀ ਦਾ ਸ਼ਬਦ ਹੈ ਸਰਵ, ਸੱਸਾ ਵਾਵਾ ਉਤੇਰਾ ਰਾ, ਉਹ ਤਾਂ ਪੰਜਾਬੀ 'ਚ ਬੱਬੇ ਨਾਲ ਬਣਾ ਲਿਆ ਹੈ। ਸਰਬ, ਸ਼ਿੰਗਾਰ, ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ, ਇਹ ਕੀ ਹੈ? ਇੱਕ ਵਚਨ ਹੈ, ਬੇਨੰਤੀਆਂ ਨਹੀਂ ਪੜ੍ਹਨਾ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਪੰਜ ਭਾਸ਼ਾ ਕਹਿੰਦੇ ਕਿਰਤ ਕਰਮ, ਕਿਰਤ ਕਰਮ ਦਾ ਜਿਹੜੇ ਅਸੀਂ ਪਿਛਲੇ ਜਨਮ 'ਚ ਕਰਮ ਕੀਤੇ ਨੇ। ਕਿਰਤ ਕਰਮ ਕੇ ਵਿਛੜੇ, ਅਸੀਂ ਕੰਮ ਹੀ ਐਸੇ ਕੀਤੇ ਕਿ ਅਸੀਂ ਪਰਮਾਤਮਾ ਤੋਂ ਵਿਛੜ ਗਏ। ਜੇ ਤਾਂ ਜਿਵੇਂ ਪਰਮਾਤਮਾ ਕਹਿੰਦਾ ਉਵੇਂ ਕਰਮ ਕਰਦੇ, ਫਿਰ ਤਾਂ ਸਾਡੀ ਪਰਮਾਤਮਾ ਬਣ ਆ ਜਾਣੀ ਸੀ। ਪਰਮਾਤਮਾ ਦੇ ਅਸੀਂ ਅੱਖ ਹੀ ਨਹੀਂ ਲੱਗੇ। ਅਸੀਂ ਅਜਿਹੇ ਕਰਮ ਕੀਤੇ ਜਿਸ ਕਰਕੇ ਪਰਮਾਤਮਾ ਸਾਡੇ ਨਾਲ ਨਾਰਾਜ਼ ਹੋ ਗਿਆ ਅਤੇ ਅਸੀਂ ਉਸ ਤੋਂ ਵਿਛੜ ਗਏ, ਅਸੀਂ ਉਸ ਤੋਂ ਵਿਛੜ ਗਏ। ਕਿਰਤ ਕਰਮ ਕੇ ਵਿਛੜੇ, ਹੇ ਪਰਮਾਤਮਾ, ਅਸੀਂ ਆਪਣੇ ਕੀਤੇ ਕਰਮਾਂ ਕਾਰਨ ਤੇਰੇ ਤੋਂ ਵਿਛੜ ਗਏ ਹਾਂ। ਕਰ ਕਿਰਪਾ ਮੇਲੋ ਰਾਮ, ਰਾਮ ਨੇ ਪਰਮਾਤਮਾ, ਹੇ ਪਰਮਾਤਮਾ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮਿਲਾ ਲਓ। ਕਿਉਂ ਗਿਆਨ ਹੋ ਗਿਆ ਵੀ ਉਹ ਮੈਂ ਗਲਤ ਕੰਮ ਕੀਤੇ, ਮੈਂ ਪਰਮਾਤਮਾ ਦੀ ਗੱਲ ਨਹੀਂ ਮੰਨੀ। ਹਾਲਾਂਕਿ ਪਰਮਾਤਮਾ ਨੇ ਲਿਖਿਆ ਸਾਡੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦ ਅਸੀਂ ਪੈਦਾ ਸਾਡੇ ਨਾਲ ਹੀ ਲਿਖ ਕੇ ਭੇਜਤਾ ਕਿ ਤੂੰ ਮੇਰੇ ਹੁਕਮ ਵਿੱਚ ਚੱਲਣਾ ਹੈ। ਅਸੀਂ ਉਹਦੇ ਹੁਕਮ 'ਚ ਨਹੀਂ ਚੱਲਦੇ, ਆਪਣੀ ਮਰਜ਼ੀ ਕਰਦੇ ਹਾਂ, ਅਸੀਂ ਮਨਮਤੀ ਹਾਂ, ਮਨਮੁਖ ਹਾਂ, ਇਸ ਲਈ ਪਰਮਾਤਮਾ ਨਾਲ ਸਾਡੀ ਬਣ ਨਹੀਂ ਆਉਂਦੀ। ਉਹ ਬੀਬੀ ਜਿਹੜੀ ਪਤੀ ਦੇ ਆਖੇ ਲੱਗਦੀ ਹੈ, ਉਹਦੀ ਹੀ ਪਤੀ ਨਾਲ ਬਣ ਆ ਸਕਦੀ ਹੈ। ਜੇ ਪਤੀ ਦੇ ਆਖੇ ਹੀ ਨਹੀਂ ਲੱਗਦੀ ਤਾਂ ਫਿਰ ਤਾਂ ਟੁੱਟ ਫੁੱਟ ਹੋਏਗੀ ਹੋਏਗੀ। ਸਿੱਖ ਅਤੇ ਗੁਰੂ ਦੀ, ਸਿੱਖ ਅਤੇ ਪਰਮਾਤਮਾ ਦੀ ਟੁੱਟ ਫੁੱਟ ਹੀ ਇਸੇ ਲਈ ਹੁੰਦੀ ਹੈ ਕਿ ਸਿੱਖ ਗੁਰੂ ਦੀ ਗੱਲ ਨਹੀਂ ਮੰਨਦਾ। ਗੁਰੂ ਮਹਾਰਾਜ ਉਹੀ ਕਹਿੰਦੇ ਜੋ ਪਰਮਾਤਮਾ ਕਹਿੰਦਾ, ਕਿਉਂਕਿ ਗੁਰ ਪਰਮੇਸ਼ਰ ਇੱਕ ਹੋ ਜਾਣ। ਗੁਰੂ ਪਰਮਾਤਮਾ ਦਾ ਰੂਪ ਹੁੰਦਾ ਹੈ। ਗੁਰੂ ਮਹਾਰਾਜ ਜੋ ਕਹਿੰਦੇ ਨੇ ਉਹ ਪਰਮਾਤਮਾ ਦਾ ਹੁਕਮ ਹੁੰਦਾ ਹੈ। ਇਸ ਲਈ ਗੁਰਬਾਣੀ ਜੋ ਕਹਿੰਦੀ ਹੈ ਪਰਮਾਤਮਾ ਦਾ ਹੁਕਮ ਹੈ, ਇਹ ਉਹਦੀ ਰਜ਼ਾ ਹੈ। ਜੇ ਤੇ ਬਾਣੀ ਅਨੁਸਾਰ ਅਸੀਂ ਜੀਵਨ ਜਿਵਾਂਗੇ, ਗੁਰੂ ਮਹਾਰਾਜ ਵੀ ਖੁਸ਼ ਅਤੇ ਪਰਮਾਤਮਾ ਵੀ ਖੁਸ਼। ਅਤੇ ਜਿੱਥੇ ਗੁਰੂ ਖੁਸ਼ ਹੈ ਅਤੇ ਰੱਬ ਖੁਸ਼ ਹੋ, ਅਤੇ ਮੌਜਾਂ ਹੀ ਮੌਜਾਂ ਨੇ, ਉੱਥੇ ਫਿਰ ਮੌਜਾਂ ਹੀ ਮੌਜਾਂ ਨੇ। ਗਿਆਨ ਹੋ ਗਿਆ ਕਿ ਅਸੀਂ ਕੀਤੇ ਕਰਮਾਂ ਕਰਕੇ ਵਿਛੜ ਗਏ। ਹੇ ਪਰਮਾਤਮਾ, ਹੁਣ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮਿਲਾ ਲਓ। ਚਾਰ ਕੁੰਟ ਦਹਿ ਦਿਸ ਭ੍ਰਮੇ, ਚਾਰੇ ਪਾਸੇ ਕੁੰਟ, ਪਾਸਿਆਂ ਨੂੰ ਕਹਿੰਦੇ ਪੂਰਬ ਪੱਛਮ ਉੱਤਰ ਦੱਖਣ, ਚਾਰ ਹੀ ਪਾਸੇ ਹੁੰਦੇ ਨੇ। ਦਹਿ ਦਿਸ ਭ੍ਰਮੇ, 10 ਦਿਸ਼ਾਵਾਂ ਹੁੰਦੀਆਂ ਨੇ। 10 ਦਿਸ਼ਾਵਾਂ ਅਤੇ ਚਾਰੇ ਪਾਸੇ ਭ੍ਰਮੇ, ਅਸੀਂ ਭਟਕਦੇ ਰਹੇ, ਅਸੀਂ ਭਟਕਦੇ ਰਹੇ ਵੀ ਸ਼ਾਇਦ ਸਾਡੀ ਕੋਈ ਗੱਲ ਬਣ ਜੇ, ਪਰ ਨਹੀਂ ਬਣੀ। ਥੱਕ ਆਏ ਪ੍ਰਭ ਕੀ ਸਾਂ,
ਅਸੀਂ ਭਟਕਦੇ ਭਟਕਦੇ ਥੱਕ ਗਏ ਤੇ ਹੁਣ ਪਰਮਾਤਮਾ ਦੀ ਸ਼ਰਨ 'ਚ ਆ ਗਏ। ਸਾਮ ਮੈਨੇ ਸ਼ਰਨ, ਥੱਕ ਕੇ ਪਰਮਾਤਮਾ ਦੀ ਸ਼ਰਨ 'ਚ ਆ ਗਏ। ਧੇਨ ਦੁਧੈ ਤੇ ਬਹਰੀ ਕਿਤੇ ਨਾ ਆਵੇ ਕੰਮ। ਜਿਵੇਂ ਜਿਹੜੀ ਗਊ ਦੁੱਧ ਹੀ ਨਹੀਂ ਦਿੰਦੀ ਉਹ ਕਿਸੇ ਕੰਮ ਦੀ ਨਹੀਂ। ਮਾਲਕ ਡੰਡੇ ਮਾਰ ਕੇ ਘਰੋਂ ਕੱਢ ਦਿੰਦਾ ਹੈ। ਕਿੰਨੀਆਂ ਗਊਆਂ ਗਲੀਆਂ 'ਚ ਫਿਰਦੀਆਂ ਨੇ, ਇਹ ਉਹੀ ਨੇ ਜਿਹੜੀਆਂ ਦੁੱਧ ਨਹੀਂ ਦਿੰਦੀਆਂ। ਦੁੱਧ ਦੇਣ ਵਾਲਿਆਂ ਨੂੰ ਕੌਣ ਛੱਡਦਾ? ਕਿਉਂਕਿ ਮਨੁੱਖ ਸਵਾਰਥੀ ਹੈ। ਇਹ ਕਿਸੇ ਚੀਜ਼ ਨੂੰ ਉਨਾ ਚਿਰ ਹੀ ਰੱਖਦਾ ਹੈ ਜਿੰਨਾ ਚਿਰ ਉਸ ਤੋਂ ਲਾਭ ਹੈ। ਹੁਣ ਲੋਕ ਇਸ ਤਰ੍ਹਾਂ ਗਊਆਂ ਨੂੰ ਛੱਡ ਦਿਆ ਕਰਦੇ ਸਨ। ਯੂਪੀ ਸਰਕਾਰ ਨੇ ਕੀ ਕੀਤਾ ਕਿ ਸਰਵੇ ਕੀਤਾ ਵੀ ਕਿਸੇ ਦੇ ਘਰ ਕਿੰਨੀਆਂ ਗਊਆਂ ਨੇ, ਕਿੰਨੇ ਬਲਦ ਨੇ, ਕਿੰਨੇ ਵੱਛੇ ਨੇ, ਕਿੰਨੀਆਂ ਵੱਛੀਆਂ ਨੇ, ਸਾਰਿਆਂ ਦੇ ਨੰਬਰ ਲਾਤੇ। ਬਈ ਜੇ ਕਿਸੇ ਨੇ ਇਹ ਡੰਗਰ ਛੱਡਿਆ, ਭਾਵੇਂ ਦੁੱਧ ਦਿੰਦਾ ਭਾਵੇਂ ਨਹੀਂ ਦਿੰਦਾ, ਉਹਨੂੰ ਸਜ਼ਾ ਮਿਲੇਗੀ, ਉਹਨੂੰ ਸਜ਼ਾ ਮਿਲੇਗੀ। ਭਾਵੇਂ ਗਾਂ ਦੁੱਧ ਦਿੰਦੀ ਹੈ ਨਹੀਂ ਦਿੰਦਾ, ਯੂਪੀ 'ਚ ਕੋਈ ਨਹੀਂ ਛੱਡ ਸਕਦਾ ਗਲੀ ਹੈ ਜਿੱਥੇ ਤੁਹਾਨੂੰ ਗਲੀ ਕੋਈ ਡੰਗਰ ਨਹੀਂ ਮਿਲੇਗਾ, ਛੱਡ ਹੀ ਨਹੀਂ ਸਕਦੇ ਤੁਸੀਂ। ਇੱਥੇ ਪੰਜਾਬ 'ਚ ਤਾਂ ਹਰਲ ਹਰਲ ਕਰਦੇ ਫਿਰਦੇ ਡੰਗਰ। ਦੇਖਿਆ ਹੁਣ ਦੁੱਧ ਨਹੀਂ ਦਿੰਦੀ, ਆਪਾਂ ਇਸ ਤੋਂ ਕੀ ਕਰਾਉਣਾ, ਬੁੱਢੀ ਹੋ ਕੇ ਚਲੋ ਕੱਢੋ ਜੀ। ਉਹ ਕਹੇ ਤੂੰ ਛੱਡ ਕੇ ਦੇਖਿਓ, ਜਿੰਨਾ ਤੁਹਾਨੂੰ ਜੇਲ੍ਹ ਹੋਇਆ ਉਹ ਨਹੀਂ ਛੱਡ ਦਿੰਦੇ। ਕਿ ਮੈਂ ਪੁੱਛਿਆ ਤੇ ਕਦੇ ਡੰਗਰ ਦਿਸਦੇ ਹੀ ਨਹੀਂ ਕਿਤੇ ਬਾਹਰ। ਫਿਰ ਜੀਜਾ ਜੀ ਕਹਿੰਦੇ ਸੀ ਕਾਨੂੰਨ ਬਣਿਆ ਹੋਇਆ, ਆਹ ਦੇਖੋ ਨੰਬਰ ਲੱਗੇ ਡੰਗਰਾਂ ਦੇ। ਜੇ ਅਸੀਂ ਕਿਸੇ ਨੂੰ ਵੇਚਣਾ ਤਾਂ ਵੀ ਥਾਣੇ ਰਿਪੋਰਟ ਕਰਨੀ ਹੈ ਵੀ ਇੰਨਾ ਨੰਬਰ ਡੰਗਰ ਅਸੀਂ ਵੇਚਦਾ, ਫਲਾਣੇ ਰਸੀਦ ਵਿਖਾਣੀ, ਫਲਾਣੇ ਵੇਚਦਾ, ਹੁਣ ਸਾਡੇ ਕੋਲ ਇੰਨੇ ਨੇ। ਹਾਂ, ਉਹ ਸਬੂਤ ਰੱਖਣਾ ਪੈਣਾ ਵੇਚਿਆ। ਆਪੇ ਹੀ ਵਾਰਾਗਰਦੀ ਖਤਮ ਹੋ ਗਈ। ਪੰਜਾਬ ਇਸ ਤਰ੍ਹਾਂ ਕਰਦੇ, ਆਪੇ ਠੀਕ ਹੋ ਜਾਏਗਾ। ਇੱਕ ਵਾਰੀ ਉਂਝ ਕਹਿ ਦੇ, ਅਨਾਊਂਸਮੈਂਟ ਕਰਦੇ ਬਈ ਭਾਈ ਜਿਹਨੇ ਆਪਣਾ ਜੋ ਛੱਡ ਰਿਹਾ ਕਿਸੇ ਨੇ ਛੱਡ ਲਓ, ਫਿਰ ਨਾ ਕਹੋ। ਉਹ ਜਿੰਨੇ ਛੱਡੇ ਨੇ ਸਾਰੇ ਫੜ ਕੇ ਗਊਸ਼ਾਲਾ 'ਚ ਲੈ ਜਾਓ। ਬਈ ਜਿਹੜਾ ਅੱਜ ਦੀ ਤਰੀਕ ਤੋਂ ਬਾਅਦ ਛੱਡੇਗਾ, ਜਿਵੇਂ ਉਹਨਾਂ ਨੰਬਰ ਲਾ ਦੇ ਨਾ, ਜਿਹੜਾ ਛੱਡੇਗਾ ਉਹਨੂੰ ਸਜ਼ਾ ਦਿੱਤੀ ਜਾਵੇਗੀ। ਇੱਕ ਵੀ ਡੰਗਰ ਤੁਹਾਨੂੰ ਬਾਹਰ ਗਲੀਆਂ 'ਚ ਨਹੀਂ ਮਿਲੇਗਾ, ਆਪੇ ਠੀਕ ਹੋ ਜਾਏਗਾ। ਮੈਂ ਕਹੇ ਹਾਂ ਵਧੀਆ ਕੀਤਾ। ਉਹਨਾਂ ਦੀ ਇੱਕ ਗਾਂ ਹੈ, 3 ਸਾਲਾਂ ਤੋਂ ਦੁੱਧ ਨਹੀਂ ਦੇ ਰਹੀ, ਛੱਡ ਨਹੀਂ ਸਕਦੇ, ਪੱਠੇ ਪਾਈ ਜਾਓ। ਜਦੋਂ ਨਵੇਂ ਦੁੱਧ ਹੋ ਜਾਂ ਮਰੂਗੀ ਉਦੋਂ ਹੀ ਖੇੜਾ ਛੁੱਟੂਗਾ। ਇਹ ਥੋੜ੍ਹਾ ਵੀ ਦੁੱਧ ਦਿੰਦੀਆਂ ਇਹਨਾਂ 'ਚ ਰੱਖੀ ਰੱਖੋ, ਛੱਡ ਮੈਂ ਤੇ ਹੁਣ ਨਹੀਂ ਦਿੰਦੀ, ਉਹਨੂੰ ਘਰੋਂ ਕੱਢ ਦਿਓ। ਇਹੀ ਹਾਲ ਫਿਰ ਮਾਂ ਪਿਓ ਦਾ ਕਰਦੇ ਨੇ ਜਵਾਕ ਵੀ ਜਿਹੜਾ ਚਿਰ ਫਾਇਦਾ ਦੇਖੋ, ਮੰਜੇ 'ਤੇ ਪੈ ਗਏ, ਕੱਢੋ ਇਹਨਾਂ ਨੂੰ ਘਰੋਂ। ਦੁਰਵਿਹਾਰ ਕਰਨਾ ਸ਼ੁਰੂ ਕਰ ਦੇਣਾ, ਘਰੋਂ ਕੱਢਣਾ ਹੁੰਦਾ, ਹੋਰ ਕੀ ਹੁੰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕੰਮ। ਉਹ ਗਾਂ ਜਿਹੜੀ ਦੁੱਧ ਨਹੀਂ ਨਾ ਦਿੰਦੀ ਉਹ ਕਿਸੇ ਕੰਮ ਨਹੀਂ ਆਉਂਦੀ, ਤੇ ਕੰਮ ਨਹੀਂ ਆਉਂਦੀ। ਜਿਵੇਂ ਜਲ ਬਿਨ ਸ਼ਾਖ ਕੁਮਲਾਵਤੀ, ਸ਼ਾਖ ਹੁੰਦੀ ਫਸਲ, ਪਾਣੀ ਤੋਂ ਬਿਨਾਂ ਜਿਵੇਂ ਫਸਲ ਸੁੱਕ ਜਾਂਦੀ ਹੈ। ਉਪਜੈ ਨਾ ਹੀ ਦਾਮ, ਦਾਮ ਹੁੰਦਾ ਪੈਸੇ, ਅਤੇ ਫਿਰ ਉਸ ਤੋਂ ਕੋਈ ਪੈਸੇ ਨਹੀਂ ਮਿਲਦੇ। ਫਸਲ ਹੋਵੇ ਤਾਂ ਪੈਸੇ ਮਿਲਣਗੇ, ਪਾਣੀ ਹੈ ਨਹੀਂ, ਫਸਲ ਸੁੱਕ ਗਈ ਹੈ ਅਤੇ ਉਸ ਤੋਂ ਕੋਈ ਪੈਸਾ ਨਹੀਂ ਮਿਲਦਾ ਹੈ। ਇਸੇ ਤਰ੍ਹਾਂ ਹਰ ਨਾਹ ਨਾ ਮਿਲੀਐ ਸਾਜਨ। ਪਰਮਾਤਮਾ ਹੈਗਾ ਸਾਡਾ ਪਤੀ, ਪਰਮਾਤਮਾ ਹੈਗਾ ਸਾਡਾ ਸੱਜਣ। ਜਦੋਂ ਪ੍ਰਭੂ ਪਤੀ ਜੋ ਸਾਡਾ ਸੱਜਣ ਹੈ ਉਹ ਸਾਨੂੰ ਨਹੀਂ ਮਿਲਦਾ, ਕਤ ਪਾਈਐ ਵਿਸ਼ਰਾਮ। ਸਾਡੇ ਮਨ ਨੂੰ ਜਿਹੜਾ ਸ਼ਾਂਤੀ ਕਿਵੇਂ ਮਿਲੇ ਵੇ, ਕਿਵੇਂ ਮਿਲੇ? ਜਿਹੜਾ ਸੱਜਣ ਹੈ ਉਹ ਮਿਲ ਹੀ ਨਹੀਂ ਰਿਹਾ, ਜਿਹੜਾ ਪਤੀ ਹੈ ਉਹ ਮਿਲ ਹੀ ਨਹੀਂ ਰਿਹਾ, ਅਤੇ ਸ਼ਾਂਤੀ ਕਿਵੇਂ ਆਵੇ? ਜਿਤ ਘਰ ਹਰ ਕੰਤ ਨਾ ਪ੍ਰਗਟੇ। ਜਿਸ ਘਰ ਦੇ ਵਿੱਚ, ਘਰ ਤੋਂ ਭਾਵੇਂ ਤੇ ਹਿਰਦੇ ਤੋਂ ਹੈ, ਜਿਸ ਹਿਰਦੇ 'ਚ ਪ੍ਰਭੂ ਪਤੀ ਪ੍ਰਗਟ ਹੀ ਨਹੀਂ ਹੁੰਦਾ, ਕੰਤ ਪਤੀ ਨੂੰ ਕਹਿੰਦੇ ਨੇ। ਜਿਸ ਹਿਰਦੇ 'ਚ ਪਰਮਾਤਮਾ ਜੋ ਸਾਡਾ ਪਤੀ ਹੈ ਉਹ ਪ੍ਰਗਟ ਹੀ ਨਹੀਂ ਹੁੰਦਾ। ਪਾਠ ਨਗਰ ਸੇ ਗ੍ਰਾਮ। ਉਹ ਤਾਂ ਇਸ ਤਰ੍ਹਾਂ ਜਿਵੇਂ ਸ਼ਹਿਰ ਅਤੇ ਪਿੰਡ ਹੋਣ,
ਭਾਵੇਂ ਬੰਦਾ ਸ਼ਹਿਰ 'ਚ ਰਹਿ ਰਿਹਾ, ਭਾਵੇਂ ਗ੍ਰਾਮ ਪਿੰਡ 'ਚ ਰਹਿ ਰਿਹਾ ਹੈ, ਉਹਦੇ ਲਈ ਤੇ ਉਹ ਭੱਠੀ ਦੇ ਸਮਾਨ। ਕਿਉਂ? ਪਤੀ ਅੰਦਰ ਪ੍ਰਭੂ ਪਤੀ ਪ੍ਰਗਟ ਹੀ ਨਹੀਂ ਹੋ ਰਿਹਾ ਹੈ, ਉਹਦੇ ਦਰਸ਼ਨ ਹੀ ਨਹੀਂ ਹੋ ਰਹੇ, ਉਹ ਮਿਲ ਹੀ ਨਹੀਂ ਰਿਹਾ, ਅਤੇ ਜੀਵਨ ਇੱਕ ਭੱਠੀ ਦੀ ਤਰ੍ਹਾਂ ਹੋ ਜਾਂਦਾ। ਭਾਵੇਂ ਤੁਸੀਂ ਸ਼ਹਿਰ 'ਚ ਰਹੋ ਅਤੇ ਭਾਵੇਂ ਪਿੰਡ 'ਚ ਰਹੋ। ਇਹ ਨਹੀਂ ਕਿ ਤੁਸੀਂ ਰੌਣਕ 'ਚ ਰਹਿ ਰਹੇ ਹੋ। ਰੌਣਕ ਵੀ ਬਾਹਰਲੀ ਮੈਂ ਦੇਖਿਆ ਤਾਂ ਹੀ ਚੰਗੀ ਲੱਗਦੀ ਜੇ ਮਨ ਖੁਸ਼ ਹੈ। ਜੇ ਮਨ ਹੀ ਨਾ ਖੁਸ਼ ਹੈ ਅਤੇ ਬੱਚੇ ਨੱਚਦੇ ਟੱਪਦੇ ਵੀ ਤੁਹਾਨੂੰ ਚੰਗੇ ਨਹੀਂ ਲੱਗਣ, ਤੁਸੀਂ ਚਲੋ ਚਲੋ ਕਿਉਂ ਰੌਲਾ ਪਾਇਆ ਇੱਥੇ, ਉਹਨੂੰ ਭਜਾ ਦਿਓਗੇ। ਇਸ ਲਈ ਭਾਵੇਂ ਕਿੰਨੀ ਵੀ ਰੌਣਕ ਗਿਆਨ ਹੈ, ਨਗਰ ਹੋਵੇ ਪਿੰਡ ਹੋਵੇ, ਉਹ ਇੱਕ ਭੱਠੀ ਦੀ ਨਿਆਈ ਹੈ, ਉਹ ਤਪਦੇ ਭੱਠੇ ਦੀ ਤਰ੍ਹਾਂ ਹੈ, ਪਰ ਉੱਥੇ ਕੋਈ ਸੁੱਖ ਨਹੀਂ ਹੈ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਂ। ਸਾਰੇ ਹਾਰ ਸ਼ਿੰਗਾਰ ਕੀਤੇ। ਤੰਬੋਲ ਪਾਣ ਨੂੰ ਕਹਿੰਦੇ ਨੇ, ਕਈ ਪਾਣ ਖਾਂਦੇ ਨੇ। ਪਾਣ ਦਾ ਰਸ ਸਣ ਦੇਹੀ ਸਭ ਖਾਂ। ਸਣ ਹੁੰਦਾ ਸਮੇਤ, ਸਰੀਰ ਦੇ ਸਮੇਤ। ਸਭ ਖਾਮ, ਖਾਮ ਦਾ ਨਾਸ਼ਵਾਨ। ਇਹ ਸਾਰੇ ਨਾਸ਼ਵਾਨ ਹਨ, ਪਾ ਵਿਅਰਥ ਨੇ। ਕਿਉਂਕਿ ਸ਼ਿੰਗਾਰ ਵੀ ਤਾਂ ਹੀ ਚੰਗਾ ਲੱਗਦਾ ਜੇ ਪਤੀ ਹੋਵੇ। ਪਤੀ ਹੀ ਹੈ ਨਹੀਂ, ਸ਼ਿੰਗਾਰ ਹੁਣ ਕਿਹਦੇ ਲਈ ਕਰਨਾ? ਉਹ ਸ਼ਿੰਗਾਰ ਕਿਹਦੇ ਲਈ ਕਰਨਾ ਹੈ? ਇਹ ਰਸ ਦਾ ਇੱਕ ਪਦਾਰਥ ਕਿਹਦੇ ਲਈ ਖਾਣੇ ਨੇ? ਇਹ ਪਾਨ ਬੀੜੇ ਕਾਹਦੇ ਲਈ ਖਾਣੇ ਨੇ? ਇਹ ਸਭ ਕੁਝ ਸਰੀਰ ਸਮੇਤ ਸਭ ਨਾਸ਼ਵਾਨ ਹੈ, ਵਿਅਰਥ ਹੈ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਣ। ਪਰਮਾਤਮਾ ਜੋ ਸਾਡਾ ਸੁਆਮੀ ਹੈ, ਮਾਲਕ ਹੈ, ਜੋ ਸਾਡਾ ਕੰਤ ਪਤੀ ਹੈ, ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਤੋਂ ਵਿਹੂਣੀ ਹੈ, ਬਿਣਾ ਹੈ, ਜਿਹਦਾ ਪ੍ਰਭੂ ਪਤੀ ਹੈ ਹੀ ਨਹੀਂ ਹੈ, ਉਹਦੇ ਲਈ ਮੀਤ ਸੱਜਣ ਸਭ ਜਾਮ। ਉਹਦੇ ਸਾਰੇ ਮਿੱਤਰ, ਸਾਰੇ ਸੱਜਣ ਇਸ ਤਰ੍ਹਾਂ ਨੇ ਜੋ ਜਾਮ ਜਮਦੂਤ ਹੋਣ। ਉਹਨਾਂ ਨੇ ਸਾਰੇ ਜਮਦੂਤ ਲੱਗਦੇ ਨੇ, ਕਿਉਂਕਿ ਵਿਛੋੜੇ ਵਿੱਚ ਕੋਈ ਚੀਜ਼ ਚੰਗੀ ਹੀ ਨਹੀਂ ਲੱਗਦੀ। ਮੈਂ ਦੇਖਿਆ। ਨਾਨਕ ਕੀ ਬੇਨਤੀ ਆ। ਗੁਰੂ ਮਹਾਰਾਜ ਕਹਿ ਸਾਡੇ 'ਤੇ ਹੈ ਪਰਮਾਤਮਾ ਤੇਰੇ ਅੱਗੇ ਬੇਨਤੀ ਹੈ ਕਿ ਕਰ ਕਿਰਪਾ ਦੀਜੈ ਨਾਮ। ਤੁਸੀਂ ਆਪਣੀ ਕਿਰਪਾ ਕਰੋ ਅਤੇ ਮੈਨੂੰ ਨਾਮ ਦੀ ਦਾਤ ਦਿਓ। ਪਰਮਾਤਮਾ ਵੱਲੋਂ ਸਭ ਤੋਂ ਵੱਡੀ ਦਾਤ ਮਨੁੱਖ ਨੂੰ ਨਾਮ ਦੀ ਦਾਤ ਹੁੰਦੀ ਹੈ, ਕਿਉਂਕਿ ਨਾਮ ਦੇ ਵਿੱਚ ਸਭ ਕੁਝ ਹੈ। ਨਾਮ ਦੇ ਨਾਲ ਸੰਸਾਰ ਦੀ ਹਰ ਇੱਕ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਹੈ। ਸੋ ਜਦੋਂ ਨਾਮ ਦੀ ਦਾਤ ਮਿਲਦੀ, ਸਮਝੋ ਸਭ ਤੋਂ ਵੱਡੀ ਦਾਤ ਹੈ। ਤਾਂ ਉਹਨੇ ਕਿਹਾ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਦਿਓ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਹੈ ਪਰਮਾਤਮਾ, ਹੈ ਸੁਆਮੀ, ਸਾਨੂੰ ਆਪਣੇ ਨਾਲ ਮਿਲਾ ਲਓ। ਜਿਸ ਕਾ ਨਿਹਚਲ ਧਾਮ, ਕਿਸ ਨਾਲ ਮਨਾ ਲਓ? ਜਿਹਦਾ ਸਦਾ ਰਹਿਣ ਵਾਲਾ ਘਰ ਹੈ। ਧਾਮ ਘਰ ਨੂੰ ਕਹਿੰਦੇ। ਅੱਜ ਤੁਸੀਂ ਕਿੱਥੇ ਗਏ ਸੀ ਜੀ? ਮੈਂ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਸੀ। ਗੁਰਦੁਆਰੇ ਕੀ ਕਹਿੰਦੇ ਨੇ? ਗੁਰਧਾਮ, ਜਿੱਥੇ ਗੁਰੂ ਮਹਾਰਾਜ ਰਹਿੰਦੇ ਨੇ। ਇਹ ਗੁਰੂ ਦਾ ਘਰ, ਗੁਰਦੁਆਰਾ ਗੁਰੂ ਦਾ ਘਰ ਹੈ। ਉਹ ਪਰਮਾਤਮਾ ਜਿਹਦਾ ਸਦਾ ਰਹਿਣ ਵਾਲਾ ਘਰ ਹੈ, ਉਸ ਪਰਮਾਤਮਾ ਨਾਲ ਸਾਡਾ ਮੇਲ ਕਰਾ ਦਿਓ। ਕਿਉਂਕਿ ਗਿਆਨ ਹੋ ਗਿਆ ਕਿ ਅਸੀਂ ਵਿਛੜੇ ਹੋਏ ਹਾਂ। ਇਹ ਵੀ ਗਿਆਨ ਹੋ ਗਿਆ ਕਿ ਅਸੀਂ ਕਿਉਂ ਵਿਛੜੇ ਹਾਂ। ਵਿਛੋੜੇ ਵਿੱਚ ਹਮੇਸ਼ਾ ਦੁੱਖ ਹੁੰਦਾ ਹੈ। ਜੀਵਨ ਯੂਜ਼ਲੈਸ ਹੋ ਜਾਂਦਾ ਹੈ। ਜੀਵਨ 'ਚ ਕੋਈ ਆਨੰਦ ਹੀ ਨਹੀਂ ਰਹਿੰਦਾ। ਮਿਲਾਪ 'ਚ ਜ਼ਿੰਦਗੀ ਦਾ ਸਾਰਾ ਆਨੰਦ ਹੈ। ਸੋ ਅੱਗੇ ਕਹਿੰਦੇ, ਚੇਤ ਗੋਵਿੰਦ ਅਰਾਧੀਐ, ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਇਕ ਖਿਰ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ,
ਰਵਿਆ ਵਿੱਚ ਵਣ, ਸੋ ਪ੍ਰਭ ਚਿਤ ਨ ਆਵੇ, ਕਿਤੜਾ ਦੁਖ ਗਣ, ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਣ। ਕਹਿੰਦੇ ਚੇਤ ਗੋਬਿੰਦ ਅਰਾਧੀ, ਚੇਤਰ ਮਹੀਨੇ ਦੇ ਰਾਹੀਂ ਫਰਮਾਨ ਕਰਦੇ ਨੇ। ਇਹ ਕਿਹੜੀ ਚੇਤਰ ਦੇ ਮਹੀਨੇ 'ਚ ਪਰਮਾਤਮਾ ਦੀ ਆਰਾਧਨਾ ਕਰਨੀ ਤੇ ਹੋਰ 'ਚ ਨਹੀਂ ਕਰਨੀ, ਇਹ ਭਾਵ ਨਹੀਂ ਹੈ। ਪੁਰਾਣੇ ਜ਼ਮਾਨੇ 'ਚ ਲਿਖਣ ਢੰਗ ਹੁੰਦਾ ਸੀ। ਚੇਤ ਮਹੀਨੇ ਰਾਹੀਂ ਫਰਮਾਨ ਕਰਦੇ ਨੇ ਗੋਬਿੰਦ ਆਰਾਧੀ ਹੈ। ਬਈ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਨਾ, ਹੋਵੇ ਆਨੰਦ ਗੁਣ, ਘਣਮਣ ਬਹੁਤ ਬਹੁਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅੱਜ ਚਿਹਰੇ ਉਦਾਸ ਨੇ, ਮਨ ਉਦਾਸ ਨੇ, ਨਾਮ ਜਪਦੇ ਨਹੀਂ, ਸਾਰੀ ਖੁਸ਼ੀ ਦੇ ਨਾਮ ਵਿੱਚ ਹੈ, ਨਾਮ ਮਨੁੱਖ ਜਪਦਾ ਨਹੀਂ ਹੈ, ਇਸ ਲਈ ਉਹਦਾ ਜੀਵਨ ਉਦਾਸੀ ਵਿੱਚ ਹੀ ਲੰਘ ਜਾਂਦਾ ਹੈ। ਇਸ ਕਰਕੇ ਚੇਤ ਗੋਬਿੰਦ ਆਰਾਧੀ ਹੈ। ਚੇਤ ਦੇ ਮਹੀਨੇ ਰਾਹੀਂ ਵਰਣਨ ਕਰਦੇ ਨੇ ਵੀ ਜੇ ਪਰਮਾਤਮਾ ਦੀ ਆਰਾਧਨਾ ਕੀਤੀ ਜਾਵੇ ਨਾ, ਹੋਵੇ ਆਨੰਦ ਗੁਣ, ਬਹੁਤ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣ। ਹੁਣ ਜਿਹੜਾ ਹੈ ਇਹ ਨਾਮ ਜਿਹੜਾ ਹੈ, ਜਿਹੜਾ ਅਸੀਂ ਜੀਭ ਨਾਲ ਜਪਦੇ ਹਾਂ, ਰਸਨਾ ਨਾਮ ਭਣਾ, ਭਣਾ ਦਾ ਉਚਾਰਨ ਕਰਨਾ। ਰਸਨਾ ਨਾਲ ਅਸੀਂ ਨਾਮ ਉਚਾਰਨ ਕਰਦੇ ਹਾਂ, ਪਰ ਇਹ ਨਾਮ ਮਿਲਦਾ ਕਿੱਥੋਂ ਹੈ? ਸੰਤ ਜਨਾਂ ਮਿਲ ਪਾਈਏ, ਸੰਤ ਜਨਾਂ ਨੂੰ ਮਿਲ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਹ ਰਸਨਾ ਜਿਹੜੀ ਜੀਭ ਹੈ, ਇਹ ਨਾਮ ਭਣਾ ਉਚਾਰਨ ਕਰਦੀ, ਜਪਦੀ ਹੈ। ਉਹਨੇ ਕਿਹਾ ਵੀ ਜੇ ਨਾਮ ਜਪੀਏ ਤਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਹੁਣ ਨਾਮ ਕਿਵੇਂ ਮਿਲੇਗਾ? ਉਹ ਸੰਤ ਜਨਾਂ ਕੋਲੋਂ ਮਿਲੇਗਾ। ਫਿਰ ਰਸਨਾ ਦੇ ਨਾਲ ਮਨੁੱਖ ਨਾਮ ਜਪਦਾ ਹੈ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣ। ਜਿਸ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਉਹਦਾ ਹੀ ਆਇਆ ਹੋਇਆ ਗਿਣਿਆ ਜਾਂਦਾ, ਭਾਵ ਉਸ ਦਾ ਹੀ ਆਇਆ ਹੋਇਆ ਸਫਲ ਹੈ। ਆਏ ਤਾਂ ਅਸੀਂ ਸਾਰੇ ਹੀ ਹਾਂ ਸੰਸਾਰ 'ਚ, ਪਰ ਗੁਰਬਾਣੀ ਇਸ ਜੀਵਨ ਉਸ ਦਾ ਸਫਲ ਹੈ ਜਿਹੜਾ ਪਰਮਾਤਮਾ ਨੂੰ ਪਾ ਲੈਂਦਾ ਨਾਮ ਜਪ ਜਪ ਕੇ। ਉਹਦਾ ਹੀ ਅਸਲ ਆਉਣਾ ਗਿਣਿਆ ਜਾਂਦਾ ਹੈ। ਇੱਕ ਖਿਨ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਜਣਾ ਮੈਨੇ ਸਮਝੋ, ਪਰਮਾਤਮਾ ਤੋਂ ਬਿਨਾਂ ਇੱਕ ਸੈਕੜ ਜਿਹੜਾ ਜਿਉਣਾ ਹੈ, ਸਮਝੋ ਜਨਮ ਹੀ ਵਿਅਰਥ ਚਲਿਆ ਗਿਆ। ਇਹ ਜੀਵਨ ਹੀ ਵਿਅਰਥ ਸਮਝ ਗਿਆ। ਜੀਵਨ ਤੇ ਮਿਲੇ ਹੀ ਉਹਦਾ ਨਾਮ ਜਪਣ ਲਈ ਹੈ। ਕਹੇ ਜੇ ਨਾਮ ਹੀ ਨਹੀਂ ਉਹਦਾ ਜਪਿਆ ਤਾਂ ਸਮਝੋ ਤੁਹਾਡਾ ਜੀਵਨ ਤੇ ਵਿਅਰਥ ਹੀ ਚਲਿਆ ਗਿਆ ਹੈ। ਜਲ ਥਲ ਮਹੀਰ ਪੂਰਿਆ, ਰਵਿਆ ਵਿੱਚ ਬਣ। ਪਰਮਾਤਮਾ ਜਲ ਪਾਣੀ ਵਿੱਚ ਵੀ ਹੈ, ਥਲ ਧਰਤੀ 'ਤੇ ਵੀ ਹੈ, ਮਹੀਲ ਆਕਾਸ਼ ਵਿੱਚ, ਪੂਰਿਆ ਮੈਨੇ ਵਸਦਾ ਹੈ। ਪਰਮਾਤਮਾ ਪਾਣੀ ਵਿੱਚ ਵੀ ਹੈ, ਸੁੱਕੀ ਥਾਂ 'ਤੇ ਵੀ ਹੈ, ਆਕਾਸ਼ ਵਿੱਚ ਵੀ ਹੈ, ਰਵਿਆ ਵਿੱਚ ਵਣਾ। ਉਹ ਜੰਗਲਾਂ 'ਚ ਵੀ ਵਸਦਾ। ਉਹ ਜੰਗਲ, ਵਣ ਜੰਗਲ ਨੂੰ ਕਹਿੰਦੇ, ਉਹ ਜੰਗਲਾਂ ਵਿੱਚ ਵੀ ਵਸਦਾ। ਭਾਵ ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਵਸਦਾ। ਆ ਭਾਵ ਇਹੋ ਜਿਹਾ ਪਰਮਾਤਮਾ ਕਹਿੰਦੇ ਸੋ ਪ੍ਰਭ ਚਿੱਤ ਨਾ ਆਵੇ। ਇਹੋ ਜਿਹਾ ਪਰਮਾਤਮਾ ਜੇ ਯਾਦ ਹੀ ਨਹੀਂ ਆਉਂਦਾ, ਕਿਤਨਾ ਦੁੱਖ ਗਣਾ। ਤਾਂ ਕਿੰਨਾ ਦੁੱਖ ਹੁੰਦਾ ਉਹ ਦੱਸੇ ਹੀ ਨਹੀਂ ਜਾ ਸਕਦਾ, ਉਹ ਗਿਣੇ ਨਹੀਂ ਜਾ ਸਕਦਾ, ਉਹ ਦੱਸੇ ਨਹੀਂ ਜਾ ਸਕਦਾ ਕਿੰਨਾ ਮਨੁੱਖ ਨੂੰ ਦੁੱਖ ਹੁੰਦਾ ਹੈ। ਅੱਜ ਦਾ ਮਨੁੱਖ ਦੁਖੀ ਹੈ। ਕਿਤੇ ਚਲੇ ਜਾਓ, ਥਾਵਾਂ ਬਦਲਣਾ ਸੁੱਖ ਨਹੀਂ ਮਿਲਿਆ ਕਰਦਾ, ਥਾਵਾਂ ਚੇਂਜ ਕਰਨਾ ਸੁੱਖ ਨਹੀਂ ਮਿਲਿਆ ਕਰਦਾ। ਸੁੱਖ ਦੇ ਨਾਮ ਜਪਣ 'ਚ ਹੈ। ਨਾਮ ਮਨੁੱਖ ਜਪਦੇ ਨਹੀਂ ਹੈਗੇ,
ਇਸ ਲਈ ਅੱਜ ਦਾ ਮਨੁੱਖ ਦੁਖੀ ਹੈ। ਸਭ ਕੁਝ ਹੋਣ ਦੇ ਬਾਵਜੂਦ ਵੀ ਦੁਖੀ ਹੈ। ਚਲੋ ਇੱਕ ਗਰੀਬ ਹੈ ਮੰਨਿਆ, ਉਹ ਤਾਂ ਦੁਖੀ ਸਮਝ ਹੋ ਸਕਦਾ ਮੰਨਿਆ ਬਈ, ਕਿਉਂਕਿ ਗਰੀਬੀ ਆਪਣੇ ਆਪ ਵਿੱਚ ਹੀ ਨਰਕ ਹੈ। ਨਰਕ ਦੇਖਣਾ ਵੀ ਸੰਸਾਰ 'ਚ ਵੀ ਨਰਕ ਕੀ ਹੋ ਜਾਂਦਾ, ਕਿਸੇ ਵੀ ਗਰੀਬ ਇਲਾਕੇ 'ਚ ਚਲੇ ਜਾਓ। ਜਦੋਂ 1986 'ਚ ਮੈਂ ਘਰ ਪਾਉਣਾ ਸੀ, ਮੈਨੂੰ ਕਿਸੇ ਨੇ ਕਿਹਾ ਬਈ ਉਹ ਜਿਹੜੇ ਢਹੇ ਨੇ ਨਦੀ ਦੇ ਕੋਲ ਰੋੜੀ ਕੁੱਟ, ਵੀ ਉਹ ਇਹੀ ਕੰਮ ਕਰਦੇ, ਤੁਸੀਂ ਉੱਥੋਂ ਰੋੜੀ ਲੈ ਆਓ ਨੀਹਾਂ 'ਚ ਭਰਨ ਲਈ। ਮੈਂ ਉੱਥੇ ਚਲੇ ਗਿਆ। ਜਦੋਂ ਮੈਂ ਉਹਨਾਂ ਦੀਆਂ ਗਲੀਆਂ 'ਚ ਗਿਆ, ਮੇਰਾ ਉੱਥੇ 2 ਮਿੰਟ ਖਲੋਣ ਨੂੰ ਜੀਅ ਨਹੀਂ ਕੀਤਾ। ਮੈਨੂੰ ਕਚਿਆਣ ਆ ਗਈ। ਮੈਂ ਅੱਛਾ ਇਹੋ ਜਿਹੀਆਂ ਥਾਵਾਂ 'ਤੇ ਲੋਕ ਰਹਿੰਦੇ ਨੇ, ਮੈਂ ਐਡੋ ਵੱਡਾ ਨਰਕ ਹੋਰ ਕੀ ਹੋ ਸਕਦਾ ਹੋਏਗਾ। ਮੈਂ ਦੇਖਿਆ ਜਿਹੜੀ ਗਰੀਬੀ ਹੈ ਇਹ ਆਪਣੇ ਆਪ ਵਿੱਚ ਹੀ ਨਰਕ ਹੈ। ਨਾ ਕੋਈ ਚੱਜ ਦਾ ਕੱਪੜਾ, ਨਾ ਕੋਈ ਚੱਜ ਦਾ ਭੋਜਨ, ਨਾ ਕੋਈ ਨਾਤਾ ਜਵਾਕ, ਵਾਲ ਖਿੰਡੇ ਹੋਏ ਨੇ, ਕਾਲੇ ਕਲੂਟੇ ਨੇ, ਪਾਈਆ ਮੈਲ ਹੱਥਾਂ ਅਤੇ ਪੈਰਾਂ 'ਤੇ ਜੰਮੀ ਹੋਈ ਹੈ, ਗਲੀਆਂ 'ਚ ਚਿੱਕੜ ਹੀ ਚਿੱਕੜ ਹੈ। ਮੈਂ ਮੁੜ ਕੇ ਨਹੀਂ ਗਿਆ ਉੱਥੇ। ਮੈਂ ਇੱਕ ਨੂੰ ਕਿਹਾ ਇਹਦਾ ਕੋਈ ਹੋਰ ਢੰਗ ਵੀ ਹੈ? ਕਹਿੰਦਾ ਹਾਂ, ਜਿਹੜੇ ਚੌਂਕ ਨੇ ਨਾ ਇਹ ਤੇ ਰੇਤੇ ਬਜਰੀ ਵਾਲੇ ਹੁੰਦੇ ਨੇ, ਇੱਟਾਂ ਵਾਲੇ, ਉਹਨਾਂ ਕੋਲ ਚਲੇ ਜਾਓ, ਉਹ ਤੁਹਾਨੂੰ ਉਸੇ ਭਾਈ ਮੰਗਾ ਦੇਣਗੇ, ਤੁਹਾਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ। ਮੈਂ ਫਿਰ ਮੁੜ ਕੇ ਗਿਆ ਹੀ ਨਹੀਂ ਹੈਗਾ। ਸੋ ਦੁੱਖ ਹੀ ਦੁੱਖ ਹੈ। ਇੱਕ ਜਿਹੜੇ ਗਰੀਬ ਤਬਕਾ ਦਾ ਮੈਂ ਦੇਖਿਆ ਇਹਨਾਂ ਦੀ ਅਕਲ ਵਿਚਾਰਿਆਂ ਦੀ ਕੰਮ ਨਹੀਂ ਕਰਦੀ ਹੈ। ਇਹ ਕੁਝ ਗਰੀਬੀ ਹੈ, ਜੋ ਕਮਾਉਂਦੇ ਨੇ ਥੋੜ੍ਹਾ ਬਹੁਤਾ ਸ਼ਾਮ ਨੂੰ ਸ਼ਰਾਬ ਪੀ ਕੇ ਮੁਕਾ ਦਿੰਦੇ। ਗਰੀਬੀ ਦੂਰ ਕਿਵੇਂ ਹੋਵੇ? ਇਹਨੂੰ ਪੁੱਛਿਆ ਵੀ ਤੁਹਾਡੀ ਗਰੀਬੀ ਦੂਰ ਕਿਵੇਂ ਹੋਵੇਗੀ? ਤੁਸੀਂ ਜੋ ਕਮਾਇਆ ਉਹਦੀ ਸ਼ਰਾਬ ਪੀ ਲਈ ਹੈ। ਗਰੀਬੀ ਤੇ ਸਾਰਾ ਦਿਨ ਵੀ ਕੰਮ 'ਤੇ ਲੱਗੇ ਰਹੇ, ਮਿੱਟੀ ਨਾ ਮਿੱਟੀ ਹੋਏ, ਕੰਮ ਵੀ ਇੰਨਾ ਕੀਤਾ। ਗਰੀਬੀ ਫਿਰ ਖੜੀ ਹੈ ਕਿਉਂਕਿ ਪੈਸੇ ਦੀ ਵਰਤੋਂ ਹੀ ਨਹੀਂ ਕਰਨੀ ਆਈ। ਉਸ ਪੈਸੇ ਨਾਲ ਘਰ ਦੀ ਕੋਈ ਚੀਜ਼ ਹੀ ਨਹੀਂ ਲਿਆਂਦੀ, ਅਤੇ ਫਿਰ ਗਰੀਬੀ ਕਿਵੇਂ ਦੂਰ ਹੋਵੇਗੀ? ਇਹਨਾਂ ਲੋਕਾਂ ਨੂੰ ਵਿਚਾਰਨ ਨੂੰ ਇੰਨੀ ਸੋਝੀ ਹੀ ਨਹੀਂ ਹੈ। ਜੇ ਕਹੋ ਤਾਂ ਕੋਈ ਮੰਨਦਾ ਨਹੀਂ ਹੈਗਾ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਦੇਖ ਲਿਆ, ਨਹੀਂ ਮੰਨਦੇ। ਚੰਗਾ ਭਾਈ, ਲੱਗੇ ਰਹੋ ਫਿਰ ਆਪਣਾ ਖਾਓ ਧੱਕੇ ਜ਼ਿੰਦਗੀ 'ਚ। ਕੋਈ ਸ਼ਰਾਬ ਪੀ ਪੀ ਕੇ ਦਾ ਜਿਗਰ ਖਰਾਬ ਹੋ ਗਿਆ ਹੈ, ਕਿਸੇ ਦੇ ਪੇਟ 'ਚ ਪਾਣੀ ਭਰਨ ਲੱਗ ਪਿਆ ਹੈ, ਕਿਸੇ ਦੇ ਜੇ ਕਾਲਾ ਪੀਲੀਆ ਹੋ ਗਿਆ ਹੈ, ਕਿਸੇ ਨੂੰ ਕੁਛ ਹੈ, ਕਿਸੇ ਨੂੰ ਕੁਛ ਹੈ। ਕੋਈ ਸ਼ਰਾਬ ਪੀ ਕੇ ਆ ਰਿਹਾ ਹੈ, ਰਾਹ 'ਚ ਐਕਸੀਡੈਂਟ ਹੋ ਗਿਆ, ਲੱਤਾਂ ਬਾਂਹ ਚੜਾ ਕੇ ਬਹਿ ਗਿਆ ਹੈ। ਅਕਲ ਹੀ ਨਹੀਂ ਕੰਮ ਕਰਦੀ। ਇਹ ਗਰੀਬੀ ਜਿਹੜੀ ਅਕਲ ਹੀ ਨਹੀਂ ਕੰਮ ਕਰਦੇ ਮੈਂ ਦੇਖਿਆ ਹੈ। ਅਕਲ ਤਾਂ ਹੁੰਦੀ ਬੰਦਿਆਂ 'ਚ, ਇਹ ਨਹੀਂ ਵੀ ਅਕਲ ਨਹੀਂ, ਕੋਈ ਬੇਅਕਲੇ ਸੰਸਾਰ 'ਤੇ ਆਏ ਨੇ, ਨਹੀਂ, ਅਕਲ ਹੀ ਨਹੀਂ ਕੰਮ ਕਰਦੇ। ਉਹ ਕਿਸੇ ਦੇ ਮੰਨਦੇ ਹੀ ਨਹੀਂ ਹੈਗੇ, ਆਪਣੀ ਮਰਜ਼ੀ ਕਰਦੇ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸੋ ਪ੍ਰਭ ਚਿੱਤ ਨਾ ਆਵੇ ਕਿਤਨਾ ਦੁੱਖ ਘਣੋ। ਕਹਿੰਦੇ ਜੇ ਇਹੋ ਜਿਹਾ ਰੱਬ ਯਾਦ ਹੀ ਨਹੀਂ ਹੁੰਦਾ ਤਾਂ ਕਿੰਨਾ ਦੁੱਖ ਹੈ, ਉਹ ਗਿਣੇ ਨਹੀਂ ਜਾ ਸਕਦਾ, ਦੱਸੇ ਹੀ ਨਹੀਂ ਜਾ ਸਕਦਾ। ਦੁੱਖ ਹੀ ਦੁੱਖ ਹੈ ਨਾਮ ਤੋਂ ਬਿਨਾਂ। ਕਿੰਨੇ ਵੀ ਮਨੁੱਖ ਮੂਰਖ ਹੋਵੇ, ਅਗਿਆਨੀ ਹੋਵੇ, ਜੋ ਨਾਮ ਜਪਣ ਲੱਗ ਜਾਏ ਨਾ, ਨਾਮ 'ਚ ਇੰਨੀ ਤਾਕਤ ਹੈ ਕਿ ਉਸਨੂੰ ਦਿਨੋਂ ਦਿਨ ਸਿਆਣੇ ਬਣਾ ਦੇਣਾ। ਉਸਨੂੰ ਨਾਮ 'ਚ ਇੰਨੀ ਤਾਕਤ ਹੈ, ਇਹ ਮੂਰਖ ਨੂੰ ਵੀ ਸਿਆਣਾ ਬਣਾਉਂਦਾ ਹੈ। ਕਿਉਂ? ਨਾਮ ਨੇ ਸਾਨੂੰ ਰੱਬ ਵੱਲ ਨੂੰ ਲੈ ਕੇ ਜਾਣਾ, ਅਤੇ ਰੱਬ ਤੋਂ ਵੱਧ ਕੋਈ ਸਿਆਣਾ ਨਹੀਂ ਸੰਸਾਰ 'ਚ। ਇਹ ਜਿਉਂ-ਜਿਉਂ ਤੁਸੀਂ ਨਾਮ ਜਪੀ ਜਾਓਗੇ, ਤਿਉਂ-ਤਿਉਂ ਤੁਸੀਂ ਜਿਹੜਾ ਹੈ ਸਿਆਣੇ ਹੁੰਦੇ ਜਾਓ। ਆਪਣੇ ਆਪ ਹੀ ਅੰਦਰ ਸਿਆਣਪ ਕੰਮ ਕਰਨੀ ਸ਼ੁਰੂ ਕਰ ਦੇਗੀ। ਉਹ ਜੀ ਸਾਡਾ ਬੱਚਾ ਪੜ੍ਹਦਾ ਨਹੀਂ ਜੀ, ਉਹਨੂੰ ਪਾੜ ਦੇ ਦੇ। ਅੱਛਾ ਆ ਲੈ ਪਾਣੀ ਲੈ ਲਈ ਥੋੜ੍ਹਾ ਜਿਹਾ, ਆ ਕਰ ਪਾਠ, ਪਾਣੀ ਵੱਲ ਮੂੰਹ ਕਰਕੇ ਪਾਠ ਕਰੀ। ਇਹ ਜੇ ਤੇਰੀ ਬਾਣੀ ਹੈ ਇਹ ਪਾਣੀ 'ਚ ਜਾਵੇਗੀ, ਪਾਣੀ ਦੇ ਸੁਭਾਅ ਨੂੰ ਬਦਲੇਗੀ। ਫਿਰ ਜਦੋਂ ਇਹ ਪਾਣੀ ਤੋਂ ਆਪਣੇ ਬੱਚੇ ਨੂੰ ਪਿਲਾਏਂਗੀ, ਉਹਦਾ ਸੁਭਾਅ ਬਦਲੇਗਾ, ਉਹ ਫਿਰ ਹੌਲੀ ਹੌਲੀ ਪੜ੍ਹਨ ਲੱਗ ਜਾਏਗਾ, ਪੜ੍ਹਨ ਲੱਗ ਜਾਏਗਾ।
ਮੈਨੂੰ ਕੁੱਟਣ ਮਾਰਨ ਦੀ ਲੋੜ ਨਹੀਂ ਹੈਗੀ, ਇਹ ਤਾਂ ਅਸੀਂ ਸੁਭਾਅ ਹੀ ਬਦਲ ਦਿੰਦੇ ਹਾਂ। ਬਾਣੀ ਨੇ ਪਾਣੀ ਦਾ ਸੁਭਾਅ ਬਦਲਣਾ। ਪੰਚਮ 10ਵੇਂ ਪਾਤਸ਼ਾਹ ਨੇ 5 ਬਾਣੀਆਂ ਜਗ੍ਹਾ ਨਿਗਾਹ ਟਿਕਾ ਕੇ ਪਾਣੀ ਵੱਲ ਪੜ੍ਹੀਆਂ ਨਾ, ਉਹੀ ਪਾਣੀ ਅੰਮ੍ਰਿਤ ਬਣ ਗਿਆ। ਬਸ ਜਿਹੜਾ ਪੀਂਦਾ ਜਾਂਦਾ ਸੀ ਉਹਦੇ ਦੇ ਭੈ ਖਤਮ ਹੁੰਦਾ ਜਾਂਦਾ ਸੀ, ਉਹ ਨਿਰਭਉ ਹੋਈ ਜਾਂਦਾ ਸੀ, ਕਿ ਬਾਣੀਆਂ ਨੇ ਪਾਣੀ ਦੀ ਤਸੀਰ ਬਦਲਤੀ। ਉਸ ਪਾਣੀ ਨੂੰ ਫਿਰ ਜਿਹਨੇ ਪੀਤਾ ਉਹਦਾ ਸੁਭਾਅ ਬਦਲ ਗਿਆ। ਇਸ ਲਈ ਬਾਣੀ ਹੈ, ਇਹ ਸਾਨੂੰ ਇਸ ਤੋਂ ਫਾਇਦਾ ਹੀ ਨਹੀਂ ਉਠਾਉਣਾ ਹੁੰਦਾ। ਨਾਮ ਦੇ ਕੀ ਲਾਭ ਨੇ, ਸਾਨੂੰ ਲਾਭ ਹੀ ਨਹੀਂ ਉਠਾਉਣੇ ਹੁੰਦੇ। ਬਸ ਅਸੀਂ ਐਵੇਂ ਧੱਕੇ ਤੋੜੇ ਜਿਹੇ ਜ਼ਿੰਦਗੀ ਖਾ ਕੇ ਤੋਂ ਚਲੇ ਜਾਣਾ ਹੈ, ਲਾਭ ਹੀ ਨਹੀਂ ਉਠਾਉਣਾ। ਜਿੰਨੇ ਚਿਰ ਅਸੀਂ ਕਿਸੇ ਚੀਜ਼ ਦੀ ਵਰਤੋਂ ਹੀ ਨਹੀਂ ਕਰਦੇ, ਸਾਨੂੰ ਕੀ ਪਤਾ ਕਿੰਨੀ ਕੁ ਲਾਭਦਾਇਕ ਉਹ। ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਫਿਰ ਇਹਦੇ ਲਾਭ ਦਾ ਪਤਾ ਲੱਗੇਗਾ ਨਾ, ਵੀ ਹਾਂ ਇਹਦੇ ਕਿੰਨੇ ਫਾਇਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਰਾਵਿਆ ਦਾ ਜਪਿਆ, ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਉਹਦੇ ਪਿਆਰ ਨੂੰ ਮਾਣਿਆ, ਤਿੰਨਾ ਭਾਗ ਮਣਾ। ਉਹਨਾਂ ਦਾ ਬਹੁਤ ਵੱਡਾ ਭਾਗ ਹੈ, ਉਹਨਾਂ ਦੀ ਬੜੀ ਵੱਡੀ ਕਿਸਮਤ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨ। ਮੇਰੇ ਮਨ 'ਚ ਕਹਿੰਦਾ ਪਿਆਸ ਹੈ, ਤਮੰਨਾ ਹੈ, ਇੱਛਾ ਹੈ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਣ। ਮੇਰਾ ਮਨ ਲੋਚਦਾ, ਮੇਰੇ ਮਨ ਨੂੰ ਪਿਆਸ ਹੈ। ਪਿਆਸ ਪਾਣੀ ਦੀ ਨਹੀਂ, ਮਿਲਣ ਦੀ ਪਿਆਸ ਹੈ, ਰੱਬ ਨੂੰ ਮਿਲਣ ਦੀ ਪਿਆਸ ਹੈ। ਅੰਦਰ ਤਮੰਨਾ, ਅੰਦਰ ਲੋਚਿਆ ਹੈ ਕਿ ਮੈਨੂੰ ਹਰੀ ਦੇ ਦਰਸ਼ਨ ਹੋ ਜਾਣ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਈ ਲੱਗ। ਜਿਹੜਾ ਮੈਨੂੰ ਪਰਮਾਤਮਾ ਦੇ ਨਾਮ ਮਿਲਾ ਦੇਵੇ, ਗੁਰੂ ਮਾਰ ਕੇ ਉਹਦੇ ਮੈਂ ਚਰਨੀ ਲੱਗਾਂਗਾ। ਪਾਏ ਲੱਗਣ, ਪਾਏ ਪੜ੍ਹੋਗੇ ਤਾਂ ਫਾਰਸੀ ਦਾ ਸ਼ਬਦ ਹੈ, ਪਾਏ ਪੜ੍ਹੋਗੇ ਤਾਂ ਹਿੰਦੀ ਦਾ ਸ਼ਬਦ ਹੈ। ਪਰ ਇੱਥੇ ਫਾਰਸੀ ਵਾਲੀ ਕੋਈ ਗੱਲ ਨਹੀਂ ਚੱਲ ਰਹੀ, ਇੱਥੇ ਹਿੰਦੀ ਪੰਜਾਬੀ ਦੀ ਗੱਲ ਚੱਲ ਰਹੀ ਹੈ। ਉਂਝ ਜੇ ਕੋਈ ਪਾਏ ਪੜ੍ਹ ਦੇਗਾ ਗਲਤ ਨਹੀਂ। ਪਾਏ ਮੈਨੇ ਪੈਰ, ਇਹ ਫਾਰਸੀ 'ਚ ਕਹਿੰਦੇ ਪਾਏ, ਹਿੰਦੀ ਕਹਿੰਦੇ ਪਾਈ, ਪਾਮ ਜਿਹਨੂੰ ਕਹਿੰਦੇ ਹੁੰਦੇ। ਤਿਸ ਕੈ ਪਾਏ ਲੱਗਾ, ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾ ਦੇਗਾ, ਕਦੇ ਮੈਂ ਉਹਦੇ ਚਰਨੀ ਲੱਗਾ। ਵੀ ਧੰਨ ਭਾਗ ਤੇਰੇ ਭਾਈ, ਤੂੰ ਮੈਨੂੰ ਪਰਮਾਤਮਾ, ਤੇਰਾ ਬਹੁਤ ਬਹੁਤ ਧੰਨਵਾਦ। ਜਿਵੇਂ ਆਪਾਂ ਕਿਤੇ ਸ਼ੁਕਰਾਨਾ ਕਰਨਾ ਹੋਵੇ, ਉਹਦੇ ਪੈਰਾਂ 'ਤੇ ਮੱਥਾ ਟੇਕਦੇ, ਉਹਦੇ ਪੈਰੀਂ ਹੱਥ ਲਾਉਂਦੇ ਵੀ ਤੁਸੀਂ ਬੜੀ ਕਿਰਪਾ ਕੀਤੀ ਹੈ ਜੀ, ਮੇਰਾ ਕੰਮ ਕਰਾਤਾ ਹੈ ਜੀ, ਤੁਹਾਡਾ ਬੜਾ ਬੜਾ ਧੰਨਵਾਦ ਹੈ ਜੀ। ਅੱਗੇ ਕਹਿੰਦੇ, ਵੈਸਾਖ ਧੀਰਨ ਕਿਉਂ ਵਾਂਢੀਆਂ, ਵਾਂਢੀਆਂ ਆੜੇ ਨੂੰ ਕੰਨਾ ਪੈਂਦੇ। ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਪੁੱਤਰ ਕਲਤਰ ਨ ਸੰਗ ਧਨ, ਹਰ ਅਵਨਾਸ਼ੀ ਓ। ਪਲਚ ਪਲਚ ਸਗਲੀ ਮੁਈ, ਝੂਠੈ ਧੰਦੈ ਮੋਹ। ਇਕਸ ਹਰ ਕੇ ਨਾਮ ਬਿਨ, ਅੱਗੇ ਲਈਏ ਖੋ। ਦਈ ਵਿਸਾਰ ਵਿਗੁਚਨਾ, ਪ੍ਰਭ ਬਿਨ ਅਵਰ ਨ ਕੋਏ। ਪ੍ਰੀਤਮ ਚਰਨੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਿਸਾਖ ਦੇ ਮਹੀਨੇ ਰਹੀ ਫਰਮਾਨ ਕਰਦੇ ਪੰਚਮ ਪਾਤਸ਼ਾਹ, ਧੀਰਨ ਹੁੰਦਾ ਧੀਰਜ ਕਰਨਾ, ਵਾਂਢੀਆਂ ਹੁੰਦੀਆਂ ਵਿਛੜੀਆਂ ਹੋਈਆਂ। ਪਾਕਿਸਤਾਨੀ ਸ਼ਬਦ ਹੈ, ਜੇ ਫਲਾਣਾ ਸਿੰਘ ਵਾਂਢੇ ਗਿਆ ਹੋਇਆ, ਵੀ ਆਪਣੇ ਪਿੰਡ 'ਚ ਨਹੀਂ, ਆਪਣੇ ਘਰ 'ਚ ਨਹੀਂ, ਹੋਰ ਕਿਸੇ ਪਿੰਡ 'ਚ ਗਿਆ ਹੋਇਆ, ਉਹਨੂੰ ਕਹਿੰਦੇ ਵਾਂਢੇ ਜਾਣ। ਇੰਗਲਿਸ਼ ਕਹਿੰਦੇ ਆਊਟ ਆਫ ਸਟੇਸ਼ਨ। ਇੰਗਲਿਸ਼ ਕੀ ਕਹਿੰਦੇ ਨੇ? ਆਊਟ ਆਫ ਸਟੇਸ਼ਨ। ਪਾਕਿਸਤਾਨੀ ਕਹਿੰਦੇ ਸੀ ਉਹ ਵਾਂਢੇ ਗਿਆ ਹੋਇਆ ਜੀ। ਕਿ ਪੁੱਛਣਾ, ਪਰ ਤੇਰਾ ਬਾਪੂ ਕਿੱਥੇ ਹੋਏ? ਜੀ ਉਹਦੇ ਵਾਂਢੇ ਗਏ ਹੋਏ ਨੇ ਜੀ। ਭਾਵ ਘਰ ਨਹੀਂ, ਕਿਤੇ ਹੋਰ ਗਏ ਹੋਏ ਹਨ।
ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ ਦਾ ਵਿਛੋੜਾ, ਜਿਨ੍ਹਾਂ ਨੂੰ ਰੱਬੀ ਪਿਆਰ ਦਾ ਵਿਛੋੜਾ ਪੈ ਗਿਆ, ਜਿਹੜੀਆਂ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਹਨ, ਉਹਨਾਂ ਨੂੰ ਕਿਵੇਂ ਧੀਰਜ ਆ ਸਕਦਾ ਹੈ? ਕਿਉਂਕਿ ਵਿਛੋੜੇ ਤਾਂ ਧੀਰਜ ਆਉਂਦਾ ਹੀ ਨਹੀਂ। ਮਾਂ ਪੁੱਤ ਵਿਛੜ ਜਾਣ, ਪੁੱਤ ਵੀ ਦੁਖੀ ਅਤੇ ਮਾਂ ਵੀ ਦੁਖੀ, ਕਿਉਂ ਵਿਛੋੜਾ ਨਾ। ਜਦੋਂ ਮਿਲਦੇ ਨੇ ਫਿਰ ਪੁੱਤ ਅਤੇ ਮਾਂ ਗਲੇ ਲੱਗ ਕੇ ਦੋਨਾਂ ਨੂੰ ਖੁਸ਼ੀ ਹੁੰਦੀ ਹੈ। ਸੋ ਪਰਮਾਤਮਾ ਤੋਂ ਵਿਛੜ ਕੇ ਧੀਰਜ ਨਹੀਂ ਆ ਸਕਦਾ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਜਦੋਂ ਅਸੀਂ ਪਰਮਾਤਮਾ ਨੂੰ ਵਿਸਾਰ ਦੇਵਾਂਗੇ, ਉਹਨੂੰ ਭੁਲਾ ਦੇਵਾਂਗੇ, ਲੱਗੀ ਮਾਇਆ ਤੋਂ ਸਾਡੇ ਅੰਦਰ ਮਾਇਆ ਦੀ ਖਿੱਚ ਪੈਦਾ ਹੋ ਜਾਏਗੀ। ਸਾਡੇ ਅੰਦਰ ਮਾਇਆ ਦੀ ਖਿੱਚ ਹੋਵੇਗੀ ਵੀ ਹੋਰ ਮਾਇਆ ਕਮਾਓ, ਹੋਰ ਮਾਇਆ ਕਮਾਓ। ਕਿਉਂ ਦੋ ਹੀ ਪਾਸੇ ਨੇ, ਇੱਕ ਪਰਮਾਤਮਾ ਵਾਲਾ ਪਾਸਾ, ਇੱਕ ਮਾਇਆ ਵਾਲਾ ਪਾਸਾ। ਪਰਮਾਤਮਾ ਦੀ ਤਾਂ ਛੱਡ, ਹੁਣ ਦੇ ਤਾਂ ਭੁਲਾ, ਬਾਕੀ ਫਿਰ ਮਾਇਆ ਦਾ ਪਾਸਾ ਰਹਿ ਗਿਆ ਹੈ। ਹੋਰ ਕਮਾਓ, ਹੋਰ ਕਮਾਓ, ਹੋਰ ਕਮਾਓ। ਇਸ ਲਈ ਬੇਅੰਤ ਲੋਕ ਨੇ ਜਿਹੜੇ ਇੱਕ ਦੂਜੇ ਨੂੰ ਲੁੱਟਣ 'ਤੇ ਲੱਗੇ ਹੋਏ ਹਨ ਇਸ ਮਾਇਆ ਦੀ ਖਾਤਰ। ਕਈ ਹਸਪਤਾਲ ਵਾਲੇ ਨੇ ਮਰੇ ਹੋਏ ਨੇ 2 ਦਿਨ ਪਾਈ ਰੱਖਦੇ ਨੇ। ਬੰਦਾ ਮਰ ਚੁੱਕਾ ਹੈ, ਉਹਨੂੰ ਵੈਂਟੀਲੇਟਰ 'ਤੇ ਪਾਈ ਜਾਂਦੇ ਨੇ। ਆ ਰਿਹਾ ਜੀ ਸਾਹ, ਅਗਲੇ ਨੂੰ ਕੀ ਪਤਾ ਵੀ ਤਾਂ ਬਨੋਟੀ ਸਾਹ ਨੇ, ਬੰਦਾ ਮਰ ਚੁੱਕਾ ਹੈ। ਕਾਹਦੇ ਲਈ? ਵੀ 2 ਦਿਨ ਦੇ ਪੈਸੇ ਮਿਲਣਗੇ। ਬੰਦਾ ਮਰ ਚੁੱਕਾ ਹੁੰਦਾ। ਬੰਦਾ ਠੰਡਾ ਠਾਰ ਹੈ, ਪੈਰ ਠੰਡੇ ਨੇ, ਹੱਥ ਠੰਡੇ ਨੇ। ਮਾਲਕ ਕਹਿ ਰਿਹਾ ਕਿ ਮੇਰੀ ਮਾਂ ਦੇ ਹੱਥ ਪੈਰ ਠੰਡੇ ਨੇ, ਐਲਾ ਮਰ ਗਈ ਨਾ ਜੀ। ਕਹਿੰਦੇ ਅਸੀਂ ਇਹਨੂੰ ਬੇਹੋਸ਼ੀ ਦਾ ਟੀਕਾ ਲਾ ਰੱਖਿਆ। ਵੀ ਜੇ ਬੇਹੋਸ਼ੀ ਦਾ ਟੀਕਾ ਲੈ ਤੇ ਠੰਡੀ ਕਿਉਂ ਹੋ ਗਈ ਹੈ? ਐਂ ਲੰਘਾਤੇ 2 ਦਿਨ, 2 ਦਿਨ ਮਰੀ ਹੋਈ ਦੀ ਲੰਘਾਤੇ ਹਨ। ਇਹ ਹੈ ਮਾਇਆ ਦੀ ਧੋ, ਵੀ ਵੱਧ ਤੋਂ ਵੱਧ ਮਾਇਆ ਹੋਵੇ। ਮਾਇਆ ਕਮਾਉਣ 'ਤੇ ਲੱਗਿਆ ਹੋਇਆ। ਇੱਕ ਪਿਛਲੀ ਵਾਰੀ ਪੜ੍ਹ ਰਿਹਾ ਸੀ, 5 ਸਾਲਾਂ ਬਾਅਦ ਨਾ ਜਿਹੜੇ ਇਲੈਕਸ਼ਨ ਲੜਦੇ ਨੇ MLA, ਇਹਨਾਂ ਨੂੰ ਆਪਣੀ ਰਿਟਰਨ ਦਿਖਾਉਣੀ ਪੈਂਦੀ ਵੀ ਕਿੰਨੀ ਆਮਦਨ ਤੁਹਾਡੀ। ਉਸ ਬੰਦੇ ਨੇ ਵਿਖਾਈ 6 ਕਰੋੜ। 5 ਸਾਲਾਂ ਬਾਅਦ ਜਦ ਦੁਬਾਰਾ ਇਲੈਕਸ਼ਨ ਲੜਨ ਲੱਗਾ, ਫਿਰ ਉਹਨੇ ਆਪਣੀ ਆਮਦਨ ਵਿਖਾਈ 75 ਕਰੋੜ। ਵੀ 6 ਕਰੋੜ ਤੋਂ 75 ਕਰੋੜ 5 ਸਾਲਾਂ 'ਚ ਕਿਵੇਂ ਹੋ ਗਏ ਬਈ? ਅਤੇ ਇਸ ਤੋਂ ਸਿੱਧਾ ਜ਼ਾਹਰ ਹੈ ਉਹ ਤਾਂ MLA ਸੀ, ਫਿਰ ਮਿਨਿਸਟਰ ਜਿਹੜੇ ਹੋਣਗੇ ਅਤੇ ਹੋਰ ਹੋਣਗੇ, ਉਹ ਪਤਾ ਨਹੀਂ ਕਿੰਨੇ ਉਹਨਾਂ ਕੋਲ ਪੈਸੇ ਹੋਣਗੇ। ਇੱਕ ਜਿਹੜੇ ਲੁੱਟਣ 'ਤੇ ਲੱਗੇ ਹੋਏ ਨੇ। ਕਿਉਂ? ਨਾਮ ਜਪਣਾ ਨਹੀਂ, ਉਸ ਪਾਸੇ ਨੂੰ ਆਉਣਾ ਨਹੀਂ, ਬਸ ਮਾਇਆ ਦੀ ਖਿੱਚ ਹੈ। ਵੱਧ ਤੋਂ ਵੱਧ ਕਮਾ ਲਓ। ਤਾਂ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕਹਿ, ਲੱਗੀ ਮਾਇਆ ਤੋਂ। ਹਰੀ ਜੋ ਸੱਜਣ ਹੈ ਉਸ ਨੂੰ ਭੁਲਾ ਕੇ ਫਿਰ ਮਾਇਆ ਦੀ ਖਿੱਚ ਅੰਦਰ ਪੈਦਾ ਹੋ ਜਾਂਦੀ ਹੈ। ਪੁੱਤਰ ਕਲੱਤਰ ਨਾ ਸੰਗ ਧਨ, ਹਰ ਅਵਿਨਾਸ਼ੀ ਉਹ। ਪਰ ਨਾ ਪੁੱਤਰ ਨੇ ਨਾਲ ਜਾਣਾ ਕਲੱਤਰ, ਨਾ ਪਤਨੀ ਨਾਲ ਜਾਣਾ, ਨਾ ਧਾਣੇ ਨਾਲ ਜਾਣਾ ਹੈ। ਇਹਨਾਂ ਦੇ ਨਾਲ ਹੀ ਨਹੀਂ ਜਾਣਾ, ਇਹ ਤੇ ਇੱਥੇ ਰਹਿ ਜਾਣੇ ਨੇ। ਹਰੀ ਹੈ ਜੋ ਜਿਹਨੇ ਨਾਲ ਜੋ ਅਵਿਨਾਸ਼ੀ ਹੈ, ਉਹ ਸਦਾ ਰਹਿਣ ਵਾਲਾ ਹੈ। ਹਰੀ ਜੋ ਸਦਾ ਰਹਿਣ ਵਾਲਾ ਹੈ, ਇਸ ਨੇ ਨਾਲ ਜਾਣਾ, ਹੋਰ ਕਿਸੇ ਨੇ ਨਾਲ ਨਹੀਂ ਜਾਣਾ। ਮਨੁੱਖ ਪੁੱਤਰਾਂ ਲਈ ਮਾਇਆ ਕਮਾਉਂਦਾ ਹੈ, ਪਤਨੀ ਲਈ ਕਮਾਉਂਦਾ ਹੈ, ਦੋਸਤਾਂ ਮਿੱਤਰਾਂ ਲਈ ਕਮਾਉਂਦਾ ਹੈ। ਉਹ ਜਿਹੜੇ ਧਾਣੇ, ਨਾ ਇਹਨਾਂ ਨੇ ਨਾਲ ਜਾਣਾ, ਨਾ ਧਾਣੇ ਨਾਲ ਜਾਣਾ। ਪਲ 'ਚ ਸਗਲੀ ਮੂਈ, ਝੂਠਾ ਧੰਦਾ ਮੋਹ। ਖਿਆਲ ਰੱਖਣਾ, ਜੇ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਵੇ ਤਾਂ ਹਾਹੇ ਨੂੰ ਲੱਗੀ ਸਿਹਾਰੀ ਅਤੇ ਔਂਕੜ ਨਹੀਂ ਬੋਲਦਾ। ਇਸ ਲਈ ਵਿਛੋ ਤੋ ਮੋਹ ਖੋ, ਇਸ ਤਰ੍ਹਾਂ ਨੇ ਇਹਨਾਂ ਦੇ ਔਂਕੜ ਅਤੇ ਸਿਹਾਰੀ ਨਹੀਂ ਬੋਲਦੀ, ਕਿਉਂਕਿ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਇਆ ਹੈ। ਜਦੋਂ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗ ਜਾਏ ਤਾਂ ਹਾਹੇ ਨੂੰ ਲੱਗੀ ਸਿਹਾਰੀ ਜਾਂ ਔਂਕੜ ਨਹੀਂ ਬੋਲਦੇ। ਪਲ 'ਚ ਸਗਲੀ ਮੂਈ, ਝੂਠਾ ਧੰਦਾ ਮੋਹ। ਪਲ 'ਚ ਨਾ ਉਲਝ ਕੇ।
ਸਾਰੇ ਇਸ ਮਾਇਆ ਦੇ ਵਿੱਚ ਉਲਝ ਕੇ ਮਰ ਗਏ। ਝੂਠਾ ਧੰਦਾ ਹੈ ਮੋਹ, ਇਹ ਮਾਇਆ ਦੇ ਝੂਠੇ ਧੰਦਿਆਂ ਵਿੱਚ, ਇਹ ਮਾਇਆ ਦੇ ਪਿਆਰ ਵਿੱਚ ਕਹਿੰਦੇ ਸਾਰੇ ਖੁਆਰ ਹੋ ਕੇ ਮਰ ਗਏ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ, ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਕੁਛ ਵੀ ਤੁਹਾਡੇ ਕੋਲੇ ਹੈ ਉਹ ਤੇ ਤੁਹਾਡੇ ਤੋਂ ਖੋਹ ਲੈ ਜਾਣਾ, ਉਹ ਤੇ ਤੁਹਾਡੇ ਤੋਂ ਖੋਹ ਲੈ ਜਾਣਾ ਵੀ ਇਹ ਕਿਸੇ ਲਈ ਜਾਣੇ। ਸਿਰਫ ਪਰਮਾਤਮਾ ਦਾ ਨਾਮ ਤੇ ਸਾਡੇ ਕੀਤੇ ਹੋਏ ਕਰਮ ਚੰਗੇ ਜਾਂ ਮੰਦੇ ਇਹੀ ਨਾਲ ਜਾਂਦੇ ਨੇ। ਇੱਕ ਸਾਡੇ ਕਰਮ ਨਾਲ ਜਾਂਦੇ ਨੇ, ਚੰਗੇ ਵੀ ਮੰਦੇ ਵੀ। ਇੱਕ ਜਿਹੜਾ ਅਸੀਂ ਨਾਮ ਜਪਿਆ ਹੈ ਇਹ ਨਾਲ ਜਾਂਦਾ, ਬਾਕੀ ਸਾਰਾ ਕੋਈ ਅਗਲਾ ਖੋਹ ਲੈਣਾ। ਅੱਗੇ ਲਈਏ ਖੋ, ਇਹ ਸਾਰੇ ਅੱਗੇ ਖੋਹ ਲੈ ਜਾਂਦੇ ਹਨ। ਦਈ, ਮੈਂ ਕੱਲ੍ਹ ਵੀ ਦੱਸਿਆ ਸੀ, ਇਹ ਦਈ ਦੇ 3 ਸਰੂਪ ਨੇ ਗੁਰਬਾਣੀ 'ਚ। ਦਦਾ ਯਈਆ ਦਈ, ਦਦਾ ਯਈਏ ਨੂੰ ਔਂਕੜ ਦਈ, ਦਦਾ ਯਈਏ ਨੂੰ ਸਿਹਾਰੀ ਦਈ। ਜਿਵੇਂ ਨਾਨਕ ਨਾਨਕ ਨਾਨਕ, ਸਪੈਲਿੰਗ ਅੱਡ ਅੱਡ ਨੇ, ਉਚਾਰਨ ਇੱਕੋ ਹੈ ਨਾਨਕ ਦਾ। ਇਸੇ ਤਰੀ ਸਪੈਲਿੰਗ ਇਹਨਾਂ ਦੇ ਅੱਡ ਅੱਡ ਨੇ, ਪਰ ਉਚਾਰਨ ਸਭ ਦਾ ਦਈ ਹੈ। ਦੱਦਾ ਯਈਆ ਦਈ, ਹੇ ਰੱਬਾ, ਦੱਦਾ ਯਈਏ ਨੂੰ ਔਂਕੜ ਦਈ ਰੱਬ, ਦੱਦਾ ਯਈਏ ਨੂੰ ਸਿਹਾਰੀ ਦਈ ਰੱਬ ਨੇ, ਰੱਬ ਨੂੰ। ਉਹ ਭਾਵ ਹੁੰਦਾ ਦਈ। ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹ ਹਿੰਦੀ ਦਾ ਨਹੀਂ, ਨਾ ਪੰਜਾਬੀ ਦਾ, ਨਾ ਫਾਰਸੀ ਦਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਦਈ ਵਿਸਾਰ ਵਿਗੁਚਨਾ, ਵਿਗੁਚਨਾ ਦਾ ਖੁਆਰ ਹੋਣਾ। ਰੱਬ ਨੂੰ ਭੁਲਾ ਕੇ ਬੰਦਾ ਹਮੇਸ਼ਾ ਖੁਆਰ ਹੁੰਦਾ ਹੈ। ਪ੍ਰਭ ਬਿਨ ਅਵਰ ਨਾ ਕੋਈ, ਕਿਉਂਕਿ ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਹੋਰ ਸਹਾਈ ਹੀ ਨਹੀਂ। ਪਰਮਾਤਮਾ ਤੋਂ ਬਿਨਾਂ ਸਾਡੀ ਹੋਰ ਕਿਸੇ ਨੇ ਸਹਾਇਤਾ ਹੀ ਨਹੀਂ ਕਰਨੀ, ਅਤੇ ਪਰਮਾਤਮਾ ਨੂੰ ਵਿਸਾਰ ਕੇ ਤਾਂ ਫਿਰ ਖੁਆਰ ਹੀ ਹੋਣਾ ਹੁੰਦਾ ਹੈ। ਪ੍ਰੀਤਮ ਚਰਨੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਿਰਮਲ ਸੋਏ ਨੇ ਵਡਿਆਈ ਸ਼ੋਭਾ। ਜੋ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ, ਪਰ ਜੋ ਪਰਮਾਤਮਾ ਦੇ ਨਾਮ ਬਾਣੀ ਨਾਲ ਜੁੜ ਗਏ ਨਾ, ਉਹਨਾਂ ਦੀ ਕਹਿੰਦੇ ਸ਼ੋਭਾ ਹੁੰਦੀ ਹੈ, ਉਹਨਾਂ ਦੀ ਵਡਿਆਈ ਹੁੰਦੀ ਹੈ। ਜਿਹੜਾ ਬਾਣੀ ਪੜ੍ਹਦਾ ਹੈ ਉਹ ਪਰਮਾਤਮਾ ਦੀ ਵਡਿਆਈ ਕਰ ਰਿਹਾ ਹੈ। ਜਿਹੜਾ ਨਾਮ ਜਪ ਰਿਹਾ ਹੈ ਉਹ ਪਰਮਾਤਮਾ ਦੀ ਵਡਿਆਈ ਕਰ ਰਿਹਾ ਹੈ। ਅਤੇ ਪਰਮਾਤਮਾ ਕਹਿੰਦਾ ਬਾਣੀ ਨੇ ਜਿਹੜਾ ਮੇਰੀ ਵਡਿਆਈ ਕਰੇਗਾ, ਮੈਂ ਉਸ ਦੀ ਸੰਸਾਰ ਤੋਂ ਵਡਿਆਈ ਕਰਾ ਦਿਆਂਗਾ। ਜਿਹੜਾ ਮੇਰਾ ਬਣ ਕੇ ਰਹੇਗਾ, ਸਾਰਾ ਸੰਸਾਰ ਉਸ ਦਾ ਬਣ ਕੇ ਰਹੇਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹੇ ਫਰੀਦ, ਜੇ ਤੂੰ ਮੇਰਾ ਬਣ ਕੇ ਰਹੇ ਨਾ, ਸਾਰਾ ਸੰਸਾਰ ਤੇਰਾ ਹੋ ਜਾਏਗਾ। ਇਸ ਲਈ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਨੇ, ਬਾਣੀ ਪੜ੍ਹਦੇ ਰਹਿੰਦੇ ਨੇ, ਇੱਕ ਦਿਨ ਹੁੰਦਾ ਉਹਨਾਂ ਦੀ ਵਡਿਆਈ ਹੋਣੀ ਸ਼ੁਰੂ ਹੋ ਜਾਂਦੀ ਹੈ, ਸੰਸਾਰ ਵਡਿਆਈ ਕਰਨ ਲੱਗ ਜਾਂਦਾ ਹੈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਗੁਰੂ ਮਹਾਰਾਜ ਕਹਿੰਦੇ ਸਾਡੀ ਤੇ ਹੇ ਪਰਮਾਤਮਾ ਤੇਰੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਨੂੰ ਮਿਲੋ, ਤਾਂ ਜੋ ਸਾਨੂੰ ਤੁਹਾਡੀ ਪ੍ਰਾਪਤੀ ਹੋ ਜਾਵੇ। ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਹੀ ਜ਼ਿੰਦਗੀ ਦਾ ਉਦੇਸ਼ ਹੈ। ਸਾਡੀ ਜ਼ਿੰਦਗੀ ਜੰਮਣ ਮਰਨ ਦਾ ਚੱਕਰ ਉਸ ਦਿਨ ਸਮਾਪਤ ਹੋਣਾ ਜਿੱਦਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਨਹੀਂ ਤਾਂ ਅਸੀਂ ਵਾਰੀ ਜਨਮ ਲਈ ਜਾਣੇ ਨੇ। ਭਾਈ ਦੇ ਮਗਰ ਅਰਦਾਸ ਕਰੇ, ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਇਹਦਾ ਕੁਛ ਨਹੀਂ ਬਣਦਾ। ਜਿਹੜੀਆਂ ਮਰਜ਼ੀ ਅਰਦਾਸਾਂ ਕਰਾ ਲਓ, ਜਿਹਨੇ ਮਰਜ਼ੀ ਅਰਦਾਸਾਂ ਕਰਾ ਲਓ ਕਿ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਲੁੱਚਾ ਲਫੰਗਾ ਵੀ ਮਰ ਗਿਆ, ਫਿਰ ਵੀ ਕਹਿ ਰਹੀ ਉਹਦੇ ਚਰਨਾਂ 'ਚ ਨਿਵਾਸ ਬਖਸ਼ੀ। ਵਾਹ, ਜੇ ਲੁੱਚੇ ਲਫੰਗਿਆ ਨਿਵਾਸ ਗੁਰੂ ਦੇ ਚਰਨਾਂ 'ਚ ਮਿਲ ਗਏ, ਫਿਰ ਬਾਕੀ ਕਿੱਥੇ ਜਾਣਗੇ? ਕਿਉਂਕਿ ਇੱਕ ਫਾਰਮੈਲਿਟੀ ਹੈ ਭਲਾ ਮੰਗਣਾ। ਹੁਣ ਅਗਲਾ ਭਾਈ ਇਹ ਤਾਂ ਕਹਿ ਨਹੀਂ ਸਕਦਾ ਵੀ ਸੱਚਾ ਪਾਤਸ਼ਾਹ ਸਤਿਆਨਾਸ਼ ਇਹਨੂੰ ਬੜਾ ਦੁਖੀ ਕਰੀ ਰਿਹਾ ਲੋਕਾਂ ਨੂੰ। ਕਹਿਣਾ ਪੈਂਦਾ ਸੱਚੇ ਪਾਤਸ਼ਾਹ, ਫਿਰ ਨਾਲ ਕਹਿੰਦੇ ਨੇ ਬਈ ਜਿਉਂਦਿਆਂ ਹੋਇਆਂ ਭੁੱਲਾਂ ਚੁੱਕਾ ਇਨਸਾਨ ਹੈ, ਗਲਤੀ ਦਾ ਪੁਤਲਾ ਹੈ, ਇਸ ਤੋਂ ਗਲਤੀਆਂ ਹੋ ਜਾਂਦੀਆਂ ਨੇ ਜਾਣੇ ਅਣਜਾਣੇ 'ਚ। ਤੁਸੀਂ ਬਖਸ਼ਣਹਾਰ ਹੋ, ਤੁਸੀਂ ਬਖਸ਼ਿੰਦ ਹੋ,
ਕਿਰਪਾ ਕਰੇ ਦੇ ਜਿਹੜੇ ਔਗਣ ਨੇ ਬਖਸ਼ ਲੈਣਾ ਅਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਇਸ ਤਰ੍ਹਾਂ ਨਹੀਂ ਮਿਲਦਾ ਨਿਵਾਸ। ਜਿੰਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਉਹਨਾਂ ਚਿਰ ਜਨਮ ਲੈਂਦਾ ਹੀ ਰਹਿੰਦਾ ਹੈ। ਜਿੱਦੇ ਪ੍ਰਾਪਤੀ ਹੋ ਗਈ ਉਸ ਦਿਨ ਤੋਂ ਬਾਅਦ ਜੰਮਣ ਮਰਨ ਖਤਮ ਹੋ ਜਾਂਦਾ ਬੰਦੇ ਦਾ। ਇਸ ਲਈ ਤਾਂ ਸਾਰੀਆਂ ਫਾਰਮੈਲਿਟੀਆਂ ਮਗਰੋਂ ਹੁੰਦੀਆਂ। ਸੋ ਗੁਰੂ ਮਹਾਰਾਜ ਕਹਿੰਦੇ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰਿ ਸੋਇ। ਵੈਸਾਖ ਦਾ ਮਹੀਨਾ ਤਾਂ ਹੀ ਸੁਹਾਵਣਾ ਹੈ, ਸੰਤ ਭਾਵ ਗੁਰੂ, ਜੇ ਗੁਰੂ ਪਰਮਾਤਮਾ ਨਾਲ ਮਿਲਾ ਦੇਵੇ ਤਾਂ ਇਹ ਸੁਹਾਵਣਾ ਹੈ। ਜਦੋਂ ਪਰਮਾਤਮਾ ਨਾਲ ਮਿਲਦਾ ਬੰਦਾ ਫਿਰ ਜ਼ਿੰਦਗੀ ਸੁਹਾਵਣੀ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆਨੰਦ ਹੀ ਆਨੰਦ ਹੈ। ਅੱਗੇ ਹੁਣ ਜੇਠ ਦਾ ਮਹੀਨਾ, ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆਂ, ਆੜੇ ਨੂੰ ਕਰਨਾ ਬਿੰਦੇ, ਹਰ ਸੱਜਣ ਦਾਵਣ ਲੱਗਿਆਂ ਕਿਸੇ ਨ ਦੇਈ ਬਨ, ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀ ਸਨ। ਇਹ ਨੰਨੇ ਦੇ ਪੈਰ 'ਚ ਹਾਹਾ ਲਾ ਕੇ ਬੋਲਦਾ, ਨਹੀਂ ਤਾਂ ਸਨ ਸਾਲ ਹੋ ਜਾਏਗਾ। ਜਿਵੇਂ ਸਨ 2021 ਹੁਣ ਚੱਲ ਰਿਹਾ, ਨੰਨੇ ਦੇ ਪੈਰ 'ਚ ਹਾਹਾ ਲਾਉਣਾ ਸਨ ਬਨ ਸਨ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧਨ, ਆਪਨ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਹਰ ਜੇਠ ਜੁੜਨ ਦਾ ਲੋੜੀ ਹੈ ਕਿ ਜੇਠ ਦੇ ਮਹੀਨੇ ਰਾਹੀਂ ਫਰਮਾਨ ਦੇ ਹਰੀ ਨਾਲ ਜੁੜਨਾ ਚਾਹੀਦਾ। ਹਰ ਜੁੜਨ ਦਾ ਲੋੜੀ ਹੈ, ਹਰੀ ਨਾਲ ਜੁੜਨਾ ਚਾਹੀਦਾ। ਜਿਸ ਅੱਗੇ ਸਭ ਨਿਵੰਨ, ਜਿਸ ਹਰੀ ਦੇ ਅੱਗੇ ਸਾਰੇ ਝੁਕਦੇ ਨੇ, ਉਹਦੇ ਅੱਗੇ ਕੋਈ ਆਕੜ ਨਹੀਂ ਸਕਦਾ। ਸਭ ਜਿਸ ਪਰਮਾਤਮਾ ਕੇ ਸਾਰੇ ਝੁਕਦੇ ਨੇ ਉਸ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਅਤੇ ਉਹਦੇ ਨਾਲ ਜੁੜਨ ਦਾ ਇੱਕੋ ਹੀ ਢੰਗ ਹੈ, ਉਹਦਾ ਨਾਮ ਜਪਣਾ, ਉਹਦੀ ਰਜ਼ਾ 'ਚ ਰਹਿਣਾ, ਗੁਰਬਾਣੀ ਅਨੁਸਾਰ ਜੀਵਨ ਜਿਉਣਾ ਅਤੇ ਨਾਮ ਜਪਣਾ। ਇਹ ਉਹਦੇ ਨਾਲ ਜੁੜਨ ਦਾ ਢੰਗ ਹੈ। ਵਿਛੜ ਅਸੀਂ ਕਿਉਂ ਗਏ? ਅਸੀਂ ਆਪਣੀ ਮਰਜ਼ੀ ਕਰਨ ਲੱਗ ਪਏ, ਆਪਣੀ ਮਰਜ਼ੀ ਕੀਤੀ ਅਤੇ ਗਲਤ ਕੰਮ ਕੀਤੇ ਅਤੇ ਪਰਮਾਤਮਾ ਨੇ ਸਾਨੂੰ ਆਪਣੇ ਦਰ ਤੋਂ ਕੱਢਤਾ। ਹੁਣ ਜੇ ਅਸੀਂ ਗੁਰਬਾਣੀ ਅਨੁਸਾਰ ਕਰਮ ਕਰਾਂਗੇ, ਸਹੀ ਕੰਮ ਕਰਾਂਗੇ, ਨਾਲ ਨਾਮ ਜਪਾਂਗੇ, ਹੌਲੀ ਹੌਲੀ ਸਾਨੂੰ ਫਿਰ ਆਪਣੇ ਨਾਲ ਮਿਲਾ ਲਏਗਾ। ਹਰ ਸੱਜਣ ਦਾਵਣ ਲੱਗੇ ਆ, ਦਾਵਣ ਹੁੰਦਾ ਪੱਲੇ ਨਾਲ, ਕਿਸੇ ਨਾ ਦੇਈ ਬਨ। ਜਿਹੜਾ ਹਰੀ ਹੈਗਾ ਸਾਡਾ ਸੱਜਣ, ਜਿਹੜਾ ਉਹਦੇ ਪੱਲੇ ਨਾਲ ਲੱਗ ਜਾਂਦਾ ਹੈ, ਜਿਹੜਾ ਉਹਦਾ ਪੱਲਾ ਫੜ ਲੈਂਦਾ ਹੈ, ਕਿਸੇ ਨੇ ਦੇਈ ਬਨ। ਉਹ ਕਿਸੇ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਤੁਹਾਨੂੰ ਬੰਨ੍ਹ ਸਕੇ। ਨਹੀਂ ਤਾਂ ਜਮਦੂਤ ਬੰਨ੍ਹ ਕੇ ਲੈ ਜਾਂਦੇ ਨੇ, ਨਹੀਂ ਤਾਂ ਜਮਦੂਤ ਬੰਦੇ ਨੂੰ ਬੰਨ੍ਹ ਕੇ ਲੈ ਜਾਂਦੇ ਨੇ। ਪਰ ਜਿਹੜਾ ਹਰੀ ਦਾ ਪੱਲਾ ਫੜ ਲੈਂਦਾ ਨਾ, ਫਿਰ ਹਰੀ ਕਿਸੇ ਨੂੰ ਬੰਨ੍ਹਣ ਨਹੀਂ ਦਿੰਦਾ, ਭਾਵ ਉਸ ਨੂੰ ਸਜ਼ਾ ਨਹੀਂ ਦੇਣ ਦਿੰਦਾ। ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀ ਸਨ। ਪਰਮਾਤਮਾ ਦਾ ਨਾਮ ਐਸੇ ਮਾਣਕ ਹੈ, ਐਸੇ ਮੋਤੀ ਹੈ ਕਿ ਉਹਨਾਂ ਨੂੰ ਸੰਨ ਹੀ ਨਹੀਂ ਲੱਗਦੀ। ਉਸ ਦਾ ਅੱਜ ਦੇ ਬੱਚਿਆਂ ਨੂੰ ਨਾ ਪਤਾ ਸੰਨ ਕਿਹਨੂੰ ਕਹਿੰਦੇ ਨੇ। ਪੁਰਾਣੇ ਜ਼ਮਾਨੇ 'ਚ ਕੱਚੇ ਕੋਠੇ ਹੁੰਦੇ ਸਨ, ਸੱਬਲ ਅਗਲੇ ਲਿਆਉਣਾ ਚੋਰ ਨੇ, ਦੇਖਿਆ ਰਾਤ ਨੂੰ ਸਾਰੇ ਵਿਹੜੇ 'ਚ ਅੱਗੇ ਸੁੱਤੇ ਪਏ ਨੇ, ਕਮਰੇ 'ਚ ਗਰਮੀਆਂ 'ਚ ਕੋਈ ਨਹੀਂ। ਉਹਨਾਂ ਪਹਿਲਾਂ ਸੂਹ ਲੈ ਲੈਣੀ ਵੀ ਕਿੱਥੇ ਕਿ ਇਹਨਾਂ ਦਾ ਚੱਜ ਦਾ ਮਾਲ ਕਮਰੇ 'ਚ ਪਿਆ। ਉੱਥੋਂ ਉਹਨਾਂ ਨੇ ਮਗਰਲੇ ਪਾਸਿਓ ਸੱਬਲ ਨਾਲ ਮੋਰੀ ਕਰ ਲੈਣੀ, ਕੰਧ 'ਚ, ਕੱਚੀ ਕੰਧ ਦੇ ਛੇਤੀ ਢਾਹ ਲੈਣੀ, ਉਹਦੇ ਵਿੱਚੋਂ ਦੇ ਅੰਦਰ ਵੜ ਜਾਣਾ। ਉਹਨਾਂ ਦਾ ਜਿਹੜਾ ਵਧੀਆ ਮਾਲ ਪੈਸਾ ਜੋ ਕੁਛ ਵੀ ਮਿਲਣਾ ਉਸ ਮੋਰੀ ਰਾਹੀਂ ਬਾਹਰ ਕੱਢ ਘਰਾਂ ਨੂੰ ਚੱਲ ਜਾਏ। ਉਹਨੂੰ ਕਹਿੰਦੇ ਸੀ ਸੰਨ, ਘਰਾਂ ਨੂੰ ਸੰਨ ਲਾ ਲਿਆ ਕਰਦੇ ਸੀ।
ਕਹਿੰਦੇ ਪਰਮਾਤਮਾ ਦਾ ਨਾਮ ਐਸੇ ਮੋਤੀ ਹੈ, ਐਸੇ ਹੀਰੇ ਹੈ ਕਿ ਇਹਨਾਂ ਨੂੰ ਸਾਹ ਨਹੀਂ ਲੱਗ ਸਕਦੀ। ਤੁਹਾਡੇ ਨਾਮ ਨੂੰ ਤੁਹਾਡੇ ਤੋਂ ਕੌਣ ਚੁਰਾ ਸਕਦਾ? ਤੁਹਾਡੇ ਕੋਲ ਪੈਸੇ ਹੋਣ, ਕੋਈ ਹੋਰ ਜੀ, ਉਹ ਤਾਂ ਚੁਰਾ ਸਕਦਾ ਕੋਈ? ਨਾਮ ਤੇ ਤੁਹਾਡੇ ਅੰਦਰ ਹੈ, ਉਹਨੂੰ ਕੌਣ ਚੁਰਾ ਸਕਦਾ? ਕਹਿੰਦੇ ਨਾਮ ਐਸੇ ਮੋਤੀ ਹੈ, ਐਸੇ ਹੀਰੇ ਨੇ ਕਿ ਇਹਨਾਂ ਨੂੰ ਸੰਨ ਲੱਗ ਹੀ ਨਹੀਂ ਸਕਦੇ, ਚੋਰ ਇਹਨੂੰ ਚੁਰਾ ਹੀ ਨਹੀਂ ਸਕਦਾ। ਰੰਗ ਸਭੇ ਨਾਰਾਇਣ ਜੇਤੇ ਮਨ ਭਵਨ, ਜਿੰਨੇ ਵੀ ਰੰਗ ਤਮਾਸ਼ੇ ਮਨ ਨੂੰ ਚੰਗੇ ਲੱਗਦੇ ਹਨ, ਇਹ ਸਭ ਪਰਮਾਤਮਾ ਦੇ ਨੇ, ਇਹ ਸਾਰੇ ਪਰਮਾਤਮਾ ਦੇ ਨੇ। ਜੋ ਵੀ ਸਾਨੂੰ ਚੰਗਾ ਲੱਗਦਾ, ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਪਰਮਾਤਮਾ ਜੋ ਚਾਹੁੰਦਾ ਹੈ ਉਹੀ ਕਰਦਾ ਹੈ, ਅਤੇ ਜੋ ਪਰਮਾਤਮਾ ਚਾਹੁੰਦਾ ਹੈ ਉਹੀ ਇਹ ਜੀਵ ਕਰਦੇ ਨੇ। ਇਹ ਜੀਵ ਆਪਣੀ ਮਰਜ਼ੀ ਨਹੀਂ ਕਰ ਸਕਦੇ, ਕਿਉਂਕਿ ਸਭ ਪਰਮਾਤਮਾ ਦੇ ਹੁਕਮ 'ਚ ਨੇ। ਪਰਮਾਤਮਾ ਜੋ ਚਾਹੁੰਦਾ ਹੈ ਕਰਦਾ ਹੈ, ਅਤੇ ਜੋ ਚਾਹੁੰਦਾ ਜੀਵਾਂ ਤੋਂ ਕਰਾਉਂਦਾ ਹੈ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ, ਸੇਈ ਕਹੀਏ ਧਨ, ਉਹਨਾਂ ਨੂੰ ਧਨ ਕਿਹਾ ਜਾ ਸਕਦਾ ਹੈ, ਉਹਨਾਂ ਨੂੰ ਧਨ ਧਨ ਕਿਹਾ ਜਾ ਸਕਦਾ ਹੈ, ਕਿਉਂਕਿ ਪਰਮਾਤਮਾ ਉਹਨਾਂ ਨੂੰ ਆਪਣੇ ਬਣਾ ਲਿਆ ਹੈ। ਆਪਨ ਲਿਆ ਜੇ ਮਿਲੇ, ਵਿਛੜ ਕਿਉਂ ਰਵਨ। ਜੇ ਆਪਣੇ ਯਤਨਾਂ ਨਾਲ ਪਰਮਾਤਮਾ ਮਿਲਦਾ ਹੁੰਦਾ ਤਾਂ ਜਿਹੜੇ ਪਰਮਾਤਮਾ ਤੋਂ ਵਿਛੜ ਗਏ ਨੇ ਉਹ ਕਿਉਂ ਰੋਂਦੇ? ਉਹਨਾਂ ਯਤਨ ਕਰਕੇ ਪ੍ਰਾਪਤ ਕਰ ਲੈਂਦੇ। ਪਰਮਾਤਮਾ ਆਪਣੇ ਯਤਨਾਂ ਨਾਲ ਨਹੀਂ ਮਿਲਦਾ, ਉਹ ਤਾਂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਾਂ, ਉਂਝ ਯਤਨ ਕਰਨਾ ਸਾਡਾ ਫਰਜ਼ ਹੈ, ਪਰ ਜੇ ਅਸੀਂ ਕਹੀਏ ਵੀ ਅਸੀਂ ਯਤਨ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਾਂਗੇ, ਨਹੀਂ, ਉਹ 'ਚ ਹਉਮੈ ਹੁੰਦੀ ਹੈ। ਮਹਾਤਮਾ ਬੁੱਧ ਜੀ ਦੇ ਅੰਦਰ ਹਉਮੈ ਸੀ ਕਿ ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਾਂਗਾ। ਹਉਮੈ ਵੀ ਲੱਗੇ ਰਹੇ ਵਿਚਾਰੇ, ਜਿਵੇਂ ਉਹਦੇ ਗੁਰੂਆਂ ਨੇ ਕਿਹਾ ਉਸ ਤਰ੍ਹਾਂ ਲੱਗੇ ਰਹੇ। ਇੰਨੇ ਕਮਜ਼ੋਰ ਹੋ ਗਏ ਕਿ ਹੁਣ ਬੈਠ ਨਹੀਂ ਹੁੰਦਾ, ਬੈਠ ਵੀ ਨਹੀਂ ਹੁੰਦਾ। ਅਤੇ ਫਿਰ ਜਿਹੜਾ ਹੈ ਲੇਟਣ ਲੱਗੇ, ਕਹਿੰਦੇ ਤੇਰੀ ਮਰਜ਼ੀ। ਅਤੇ ਪਰਮਾਤਮਾ ਕਹਿੰਦਾ ਅੱਛਾ ਮੇਰੀ ਮਰਜ਼ੀ। ਨਾਲ ਦੀ ਨਾਲ ਹੀ ਮਹਾਤਮਾ ਬੁੱਧ ਨੂੰ ਗਿਆਨ ਦਿੱਤਾ। ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ। ਜੇ ਆਪਣੇ ਯਤਨਾਂ ਨਾਲ ਕਹਿੰਦੇ ਪਰਮਾਤਮਾ ਮਿਲਦਾ ਹੁੰਦਾ, ਜਿਹੜੇ ਉਸ ਤੋਂ ਵਿਛੜ ਗਏ ਉਹ ਕਿਹਨੂੰ ਮਿਲ ਪੈਂਦੇ? ਉਹ ਵੀ ਯਤਨ ਕਰਕੇ ਮਿਲ ਪੈਂਦੇ। ਨਹੀਂ, ਸਾਡੇ ਯਤਨਾਂ ਦੇ ਨਾਲ ਗੁਰੂ ਦੀ ਕਿਰਪਾ ਚਾਹੀਦੀ ਹੈ। ਫਿਰ ਉਹ ਕੀ ਹੋਏਗਾ? ਫਿਰ ਅਸੀਂ ਇਹ ਨਹੀਂ ਕਹਿ ਸਕੇ ਹਾਂਜੀ ਮੈਂ ਰੱਬ ਨੂੰ ਪ੍ਰਾਪਤ ਕਰ ਲਿਆ, ਫਿਰ ਹਉਮੈ ਆ ਗਈ। ਨਹੀਂ, ਇਹ ਤਾਂ ਭਾਈ ਗੁਰੂ ਨੇ ਕਿਰਪਾ ਕੀਤੀ ਹੈ, ਇਹ ਤਾਂ ਗੁਰੂ ਨੇ ਕਿਰਪਾ ਕੀਤੀ। ਜੇ ਤੁਸੀਂ ਆਪਣੇ ਯਤਨਾਂ ਮੰਨ ਲਓ ਸਰਕਾਰੀ ਨੌਕਰੀ 'ਚ ਆ ਗਏ ਤਾਂ ਫਿਰ ਤੁਹਾਡਾ ਹੈਗਾ ਮੈਂ ਬਹੁਤ ਹੁਸ਼ਿਆਰ ਹਾਂ, ਮੈਨੂੰ ਸਰਕਾਰੀ ਨੌਕਰੀ 'ਚ ਆ ਗਿਆ। ਜੇ ਤੁਸੀਂ ਸਿਫਾਰਿਸ਼ ਨਾਲ ਜਾਂ ਰਿਸ਼ਵਤ ਦੇ ਕੇ ਆਓ, ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਬੜਾ ਯੋਗ ਹਾਂ ਜੀ, ਮੈਂ ਫਲਾਣਾ। ਫਿਰ ਹਉਮੈ ਨਹੀਂ ਕਰ ਸਕਦਾ ਬੰਦਾ। ਅਤੇ ਹਉਮੈ ਤੋਂ ਤਾਂ ਬਾਣੀ ਰੋਕਦੀ ਹੈ, ਕਿਉਂਕਿ ਜਿੱਥੇ ਹਉਮੈ ਉੱਥੇ ਪਰਮਾਤਮਾ ਨਹੀਂ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਈ। ਜਿੱਥੇ ਹਉਮੈ ਉੱਥੇ ਪਰਮਾਤਮਾ ਨਹੀਂ ਹੋ ਸਕਦਾ। ਇਸ ਲਈ ਤਾਂ ਉਹਨਾਂ ਨੇ ਕਿਹਾ ਵੀ ਸਿੱਧਾ ਨਹੀਂ ਬੰਦਾ ਆਪਣੇ ਯਤਨਾਂ ਨਾਲ ਪਰਮਾਤਮਾ ਨੂੰ ਮਿਲ ਸਕਦਾ, ਗੁਰੂ ਦੀ ਨਾਲ ਕਿਰਪਾ ਹੋਣਾ ਜ਼ਰੂਰੀ ਹੁੰਦੀ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ। ਗੁਰੂ ਦੀ ਸੰਗਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਰੰਗ ਮਾਨਣ, ਫਿਰ ਮਨੁੱਖ ਮੌਜਾਂ ਕਰਦਾ, ਮੌਜਾਂ ਮਾਣਦਾ ਹੈ, ਕਿਉਂਕਿ ਪ੍ਰਾਪਤੀ ਹੋ ਗਈ ਹੈ। ਅਤੇ ਪ੍ਰਾਪਤੀ ਸਾਧੂ ਦੀ ਸੰਗਤ ਕਰਕੇ ਹੋਣੀ ਹੈ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਕਹਿੰਦੇ ਜੇਠ ਦਾ ਮਹੀਨਾ ਵੀ ਉਹਦੇ ਲਈ ਰੰਗੀਲਾ ਹੈ, ਉਹਦੇ ਲਈ ਖੁਸ਼ੀਆਂ ਭਰਿਆ ਹੈ। ਤਿਸ ਧਣੀ, ਉਸ ਜੀਵ ਇਸਤਰੀ ਲਈ, ਧਣੀ ਔਰਤ ਨੂੰ ਕਹਿੰਦੇ ਨੇ, ਉਸ ਜੀਵ ਇਸਤਰੀ ਲਈ ਜੇਠ ਦਾ ਮਹੀਨਾ ਖੁਸ਼ੀਆਂ ਭਰਿਆ ਹੈ। ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਚੰਗੀ ਕਿਸਮਤ ਲਿਖੀ ਹੋਈ ਹੈ। ਜੇ ਸਾਡੇ ਮੱਥੇ 'ਤੇ ਕਿਸਮਤ ਹੀ ਨਹੀਂ ਲਿਖੀ ਪਰਮਾਤਮਾ ਨੂੰ ਮਿਲਣ ਦੀ, ਫਿਰ ਨਹੀਂ ਅਸੀਂ ਮਿਲ ਸਕਦੇ। ਜਿਨ੍ਹਾਂ ਨੇ ਪਰਮਾਤਮਾ ਨੂੰ ਮਿਲਣਾ ਹੁੰਦਾ ਉਹਨਾਂ ਦੀ ਪਹਿਲੇ ਹੀ ਮੱਥੇ 'ਤੇ ਕਿਸਮਤ ਲਿਖੀ ਹੁੰਦੀ ਹੈ
ਕਿ ਤੈਨੂੰ ਇਸ ਜਨਮ 'ਚ ਪਰਮਾਤਮਾ ਮਿਲੇਗਾ। ਪਹਿਲੇ ਲਿਖਿਆ ਹੁੰਦਾ, ਸਾਨੂੰ ਨਾ ਪਤਾ ਹੋਣ ਕਰਕੇ ਇਸ ਲਈ ਆਪਾਂ ਯਤਨ ਕਰਦੇ ਰਹੇ, ਕਿਉਂਕਿ ਜਿਸ ਜਨਮ 'ਚ ਸਾਨੂੰ ਪਰਮਾਤਮਾ ਮਿਲਣਾ ਹੋਇਆ ਨਾ, ਸਾਡਾ ਬਚਪਨ ਤੋਂ ਹੀ ਰਹਿਣ ਸਹਿਣ ਹੀ ਹੋਰ ਤਰੀਕੇ ਦਾ ਹੋ ਜਾਣਾ, ਸਾਡਾ ਰਹਿਣ ਸਹਿਣ ਹੋਰ ਤਰੀਕੇ ਦਾ ਹੋ ਜਾਣਾ ਬਚਪਨ ਤੋਂ ਹੀ। ਅਜੇ ਤਾਂ ਮੱਥੇ 'ਤੇ ਲਿਖਿਆ ਹੀ ਨਹੀਂ ਹੈਗਾ, ਅਜੇ ਤਾਂ ਮੱਥੇ 'ਤੇ ਲਿਖਿਆ ਭਜਨ ਬੰਦਗੀ ਕਰੀ ਜਾਓ ਬਸ। ਇਸ ਕਰਕੇ ਇੰਨੀ ਉਮਰ ਬੀਤ ਜਾਣ ਦੇ ਬਾਅਦ ਵੀ ਨਹੀਂ ਕਰ ਪਾਉਂਦੇ, ਕਿਉਂਕਿ ਮੱਥੇ 'ਤੇ ਨਹੀਂ ਲਿਖਿਆ ਹੋਇਆ। ਜਿਸ ਜਨਮ 'ਚ ਮੱਥੇ 'ਤੇ ਪ੍ਰਾਪਤੀ ਲਿਖੀ ਹੋਏਗੀ, ਉਸ ਜਨਮ 'ਚ ਪ੍ਰਾਪਤੀ ਮੇਰੇ ਹੋ ਵੀ ਛੇਤੀ ਜਾਣੀ। ਫਿਰ ਇਹ ਨਹੀਂ ਕਿ ਬੁਢਾਪੇ ਜਾ ਕੇ ਪ੍ਰਾਪਤੀ ਹੋਗੀ, ਛੇਤੀ ਹੋ ਜਾਏਗੀ। ਜਿਹੜੇ ਭਗਤ ਹੋਏ ਨੇ ਉਹਨਾਂ ਨੇ ਪਹਿਲਾਂ ਲਿਖਿਆ ਸੀ ਮੱਥੇ 'ਤੇ ਕਿ ਤੁਹਾਨੂੰ ਪਰਮਾਤਮਾ ਪ੍ਰਾਪਤ ਹੋਵੇਗਾ, ਇਸ ਲਈ ਉਹਨਾਂ ਦੇ ਬਚਪਨ ਤੋਂ ਹੀ ਹਾਲਾਤ ਐਸੇ ਹੋ ਗਏ ਹਨ, ਵਿਚਾਰ ਐਸੇ ਹੋ ਗਏ, ਲੱਗੇ ਰਹੇ ਹੋ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਹਰ ਜੇਠ ਰੰਗੀਲਾ ਤਿਸ ਧਨੀ, ਜਿਸ ਕੈ ਭਾਗ ਮਥਾਨ। ਜਿਹਦੇ ਮੱਥੇ 'ਤੇ ਚੰਗੀ ਕਿਸਮਤ ਲਿਖੀ ਹੋਈ ਹੈ ਨਾ, ਉਹਨੂੰ ਫਿਰ ਪਰਮਾਤਮਾ ਮਿਲਦਾ ਹੈ। ਫਿਰ ਉਹਦੇ ਲਈ ਇਹ ਜੇਠ ਦਾ ਮਹੀਨਾ ਖੁਸ਼ੀਆਂ ਭਰਿਆ ਹੁੰਦਾ ਹੈ, ਖੁਸ਼ੀਆਂ ਕਿਹੜਿਆਂ ਵਾਲਾ ਹੁੰਦਾ ਹੈ। ਸੋ ਜਿੰਨੇ ਵੀ ਆਪਾਂ ਮਹੀਨਿਆਂ ਦਾ ਪੜ੍ਹਿਆ, ਸਾਰਿਆਂ ਦਾ ਤੱਤ ਸਾਰ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਨੂੰ ਭੁਲਾਉਣ ਕਾਰਨ ਹੀ ਵਿਛੋੜਾ ਪੈ ਗਿਆ, ਉਸ ਤੋਂ ਵਿਛੋੜੇ ਕਾਰਨ ਹੀ ਦੁੱਖ ਸ਼ੁਰੂ ਹੋਇਆ ਹੈ। ਵਿਛੋੜੇ 'ਚ ਹਮੇਸ਼ਾ ਹੀ ਦੁੱਖ ਹੁੰਦਾ ਹੈ, ਮਿਲਾਪ ਦੇ ਵਿੱਚ ਹੀ ਸੁੱਖ ਹੁੰਦਾ ਹੈ। ਵਿਛੋੜਾ ਕਿਉਂ ਪਿਆ? ਕਿਉਂਕਿ ਸਾਡਾ ਸੁਭਾਅ ਪਰਮਾਤਮਾ ਦੇ ਅਨੁਸਾਰ ਹੈ ਹੀ ਨਹੀਂ ਸੀ। ਜਦੋਂ ਦੋ ਸੁਭਾਅ ਅੱਡ ਹੁੰਦੇ ਨੇ, ਆਪਸ ਨਹੀਂ ਬਣਾਉਂਦੇ। ਪਤੀ ਪਤਨੀ ਦਾ ਸੁਭਾਅ ਅੱਡ ਅੱਡ ਹੈ, ਉਹਨਾਂ ਦੀ ਆਪਸ ਨਹੀਂ ਬਣਾ ਪਵੇਗੀ, ਟੁੱਟ ਫੁੱਟ ਹੋ ਜਾਏਗੀ, ਤਲਾਕ ਹੋ ਜਾਏਗੀ। ਸਾਡਾ ਸੁਭਾਅ ਪਰਮਾਤਮਾ ਨਾਲ ਮੇਲ ਨਹੀਂ ਸੀ ਖਾਂਦਾ, ਇਸ ਲਈ ਸਾਡੀ ਟੁੱਟ ਫੁੱਟ ਹੋ ਗਈ। ਅਸੀਂ ਪਰਮਾਤਮਾ ਨੂੰ ਛੱਡ ਦਿੱਤਾ, ਪਰਮਾਤਮਾ ਨਹੀਂ ਸਾਨੂੰ ਛੱਡਦਾ, ਕਿਉਂਕਿ ਪਰਮਾਤਮਾ ਸਾਡਾ ਬਾਪ ਹੈ, ਸਾਡੀ ਮਾਂ ਹੈ। ਮਾਂ ਬਾਪ ਚਾਹੁੰਦੇ ਨੇ ਕਿ ਉਹਨਾਂ ਦਾ ਪੁੱਤਰ ਉਹਨਾਂ ਕੋਲ ਰਹੇ, ਪਰ ਪੁੱਤਰ ਹੀ ਕਈ ਵਾਰੀ ਮਾਂ ਪਿਓ ਨੂੰ ਛੱਡ ਜਾਂਦਾ ਹੈ। ਅਸੀਂ ਹੀ ਪਰਮਾਤਮਾ ਨੂੰ ਛੱਡ ਦਿੱਤਾ, ਅਸੀਂ ਆਪਣੀ ਮਰਜ਼ੀ ਕਰਨੀ ਸ਼ੁਰੂ ਕਰਤੇ। ਪਰਮਾਤਮਾ ਦੀ ਮਰਜ਼ੀ ਮੰਨਣੋਂ ਹਟ ਗਏ, ਆਪਣੀ ਮਰਜ਼ੀ ਕਰਨੀ ਸ਼ੁਰੂ ਕਰਤੀ, ਇਸ ਲਈ ਉਸ ਤੋਂ ਵਿਛੋੜਾ ਪੈ ਗਿਆ। ਹੁਣ ਲੱਗੇ ਹੋਏ ਹਾਂ, ਜਦੋਂ ਸੋਝੀ ਆਉਂਦੀ ਹੈ ਵੀ ਓਹੋ, ਇਹ ਜਿਹੜੀ ਮੇਰੀ ਜ਼ਿੰਦਗੀ 'ਚ ਇੰਨੇ ਦੁੱਖ ਨੇ, ਇਹ ਤਾਂ ਪਰਮਾਤਮਾ ਤੋਂ ਵਿਛੋੜੇ ਕਾਰਨ ਨੇ। ਫਿਰ ਅਸੀਂ ਮਿਲਣ ਦਾ ਉਪਾਅ ਲੱਭਦੇ ਹਾਂ। ਫਿਰ ਧਾਰਮਿਕ ਗ੍ਰੰਥ, ਕੋਈ ਗੁਰਮੁਖ ਪਿਆਰੇ ਫਿਰ ਸਾਨੂੰ ਦੱਸਦੇ ਨੇ, ਫਿਰ ਬਾਣੀ ਸਾਨੂੰ ਦੱਸਦੀ ਹੈ ਕਿ ਭਾਈ ਤੁਸੀਂ ਐਸੇ ਕਰਮ ਕੀਤੇ ਜਿਸ ਨਾਲ ਪਰਮਾਤਮਾ ਹੋ ਗਿਆ ਨਾਰਾਜ਼, ਅਤੇ ਤੁਹਾਡੀ ਹੋ ਗਈ ਪਰਮਾਤਮਾ ਨਾਲ ਟੁੱਟ ਫੁੱਟ, ਇਸ ਕਰਕੇ ਤੁਸੀਂ ਦੁਖੀ ਹੋ। ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਗੁਰੂ ਕੋਲੇ ਜਾਓ, ਤੁਸੀਂ ਗੁਰੂ ਵਾਲੇ ਹੋਵੋ। ਗੁਰੂ ਮਹਾਰਾਜ ਤੁਹਾਨੂੰ ਗੁਰਮੰਤਰ ਦੇਣਗੇ ਅਤੇ ਨਾਲ ਤੁਹਾਨੂੰ ਕੁਝ ਹਦਾਇਤਾਂ ਕਰਨਗੇ ਵੀ ਆਹ ਕਰਨਾ, ਆਹ ਨਹੀਂ ਕਰਨਾ। ਜਦੋਂ ਅੰਮ੍ਰਿਤ ਛਕਦਾ ਬੰਦਾ, ਉਹਨੂੰ ਗੁਰਮੰਤਰ ਵੀ ਦਿੱਤਾ ਜਾਂਦਾ ਹੈ, ਪਰ ਨਾਲ ਦੱਸਿਆ ਜਾਂਦਾ ਹੈ ਰਹਿਤਾਂ ਕੁਰੈਤਾਂ। ਰਹਿਤਾਂ ਦਾ ਮਤਲਬ ਵੀ ਆਹ ਮੰਨਣਾ, ਕੁਰੈਤ ਵੀ ਇਹ ਕੰਮ ਨਹੀਂ ਕਰਨਾ। ਜਦੋਂ ਅੰਮ੍ਰਿਤ ਛਕਾਉਂਦੇ ਨੇ, ਉਹਨੂੰ ਕਹਿੰਦੇ ਭਾਈ ਹੁਣ ਨਾ ਵਾਲਾਂ ਦੀ ਬੇਅਦਬੀ ਨਾ ਕਰੀ, ਜੇ ਬੇਅਦਬੀ ਕਰੇਂਗਾ ਇੱਕ ਕੁਰੈਤ ਹੋਏਗੀ ਅਤੇ ਦਸਮ ਪਾਤਸ਼ਾਹ ਤੇਰੀ ਮੇਰੀ ਟੁੱਟ ਫੁੱਟ ਹੋ ਜਾਏਗੀ। ਫਿਰ ਕਹਿੰਦੇ ਤੂੰ ਤੰਬਾਕੂ ਦਾ ਸੇਵਨ ਨਹੀਂ ਕਰਨਾ, ਨਸ਼ੇ ਨਹੀਂ ਕਰਨੇ, ਨਹੀਂ ਤਾਂ ਤੇਰੀ ਮੇਰੀ ਟੁੱਟ ਫੁੱਟ ਹੋ ਜਾਏਗੀ। ਤੂੰ ਕੁੱਠਾ ਨਹੀਂ ਖਾਣਾ, ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਮਾਸ ਨਹੀਂ ਖਾਣਾ, ਜੇ ਤੂੰ ਖਾਏਂਗਾ ਤੇਰੀ ਮੇਰੀ ਟੁੱਟ ਫੁੱਟ ਹੋ ਜਾਏਗੀ। ਬਗਾਨੀ ਔਰਤ ਦੇ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ, ਜੇ ਤੂੰ ਕਰੇਂਗਾ ਤੇਰੀ ਮੇਰੀ ਟੁੱਟ ਫੁੱਟ ਹੋ ਜਾਏਗੀ। ਜਦੋਂ ਗੁਰੂ ਨਾਲੋਂ ਹੀ ਸਿੱਖ ਦੀ ਟੁੱਟ ਫੁੱਟ ਹੋ ਗਈ, ਤਾਂ ਮਿਲਣਾ ਫਿਰ ਕੀ ਹੈ? ਮਿਲਣਾ ਕੀ? ਇਹ ਚਾਰਾਂ ਗੱਲਾਂ ਦਾ ਧਿਆਨ ਰੱਖਣਾ, ਨਹੀਂ ਕਹਿੰਦੇ ਤੇਰੀ ਮੇਰੀ ਟੁੱਟ ਫੁੱਟ ਹੋ ਜਾਣੀ।
ਵਾਲਾਂ ਦੀ ਬੇਅਦਬੀ ਕਰੋਗੇ ਤਾਂ ਵੀ, ਕੁੱਠਾ ਖਾਓਗੇ ਤਾਂ ਵੀ, ਤੰਬਾਕੂ ਦਾ ਸੇਵਨ ਕਰੋਗੇ ਤਾਂ ਵੀ, ਅਤੇ ਬਗਾਨੀ ਜਨਾਨੀ ਦੇ ਨਾਲ ਵਿਭਚਾਰ ਕਰੋਗੇ ਤਾਂ ਵੀ ਤੁਹਾਡੀ ਮੇਰੀ ਟੁੱਟ ਫੁੱਟ ਹੋ ਜਾਣੀ ਹੈ। ਹਾਂ, ਆ ਬਾਹਰ ਲੋਕ ਵਿਖਾਵੇ ਲਈ ਭਾਵੇਂ ਪੰਜੇ ਕਕਾਰ ਪਾਈ ਰੱਖਿਓ, ਪਰ ਅੰਦਰੋਂ ਤੁਹਾਡੀ ਮੇਰੀ ਟੁੱਟ ਫੁੱਟ ਹੋ ਜਾਣੀ ਹੈ। ਗੁਰੂ ਨਾਲ ਬਣਦੀ ਹੀ ਉਦੋਂ ਮਨੁੱਖ, ਗੁਰੂ ਨਾਲ ਸੰਬੰਧ ਗੁਰੂ ਦੇ ਕੋਲ ਰਹਿਣ ਨਾਲ ਨਹੀਂ ਬਣਦਾ। ਜਦੋਂ ਦਸਮ ਪਾਤਸ਼ਾਹ ਦਮਦਮਾ ਸਾਹਿਬ ਸਨ, ਭਾਈ ਡੱਲੇ ਨੇ ਬੜੀ ਸੇਵਾ ਕੀਤੀ। ਦਸਮ ਪਾਤਸ਼ਾਹ ਜਾਣ ਲੱਗੇ ਨੇ, ਕਹਿੰਦੇ ਭਾਈ ਡੱਲਿਆ ਤੂੰ ਸਾਡੀ ਬੜੀ ਸੇਵਾ ਕੀਤੀ ਹੈ, ਮੰਗ ਕੀ ਮੰਗਦਾ? ਕਹਿੰਦੇ ਜੇ ਖੁਸ਼ ਹੋਇਆ ਨਾ ਆਪਣੀ ਦਰਗਾਹ 'ਚ ਪੀੜੀ ਜਿੰਨੀ ਥਾਂ ਦੇ ਦਿਓ। ਦਸਮ ਪਾਤਸ਼ਾਹ ਕਹਿੰਦੇ ਉਹ ਨਹੀਂ ਮਿਲ ਸਕਦੀ। ਸੰਸਾਰਿਕ ਚੀਜ਼ ਜਿਹੜੀ ਮੰਗਣੀ ਮੰਗ ਲੈ। ਕਹਿੰਦੇ ਉਹ ਤਾਂ ਮੇਰੇ ਕੋਲ ਪਹਿਲੇ ਹੀ ਹੈਗਾ, ਰਾਜ ਭਾਗ ਮੇਰੇ ਕੋਲ ਹੈ, ਜ਼ਮੀਨ ਜਾਇਦਾਦ ਘਰ ਘਾੜ ਸਭ ਕੁਛ ਹੈਗਾ, ਜੇ ਦੇਣਾ ਤਾਂ ਪੀੜੀ ਜਿੰਨੀ ਥਾਂ ਦੇ ਦਿਓ। ਉਹ ਕਹਿੰਦੇ ਇਹ ਨਹੀਂ ਮਿਲ ਸਕਦੀ। ਕਹਿੰਦੇ ਕਿਉਂ ਨਹੀਂ ਮਿਲ ਸਕਦੀ? ਕਹਿੰਦੇ ਤੇਰਾ ਮੇਰਾ ਆਤਮਾ ਦਾ ਸੰਬੰਧ ਹੀ ਨਹੀਂ ਕਾਇਮ ਹੋਇਆ। ਜੇ ਤੂੰ ਮੇਰੇ ਨਾਲ ਸੰਬੰਧ ਕਾਇਮ ਕਰਨਾ ਚਾਹੁੰਦਾ ਤਾਂ ਪਹਿਲਾਂ ਅੰਮ੍ਰਿਤ ਛਕ, ਅੰਮ੍ਰਿਤ ਛਕੇਗਾ ਫਿਰ ਤੇਰਾ ਤੇ ਮੇਰਾ ਆਤਮਿਕ ਸੰਬੰਧ ਹੋਵੇਗਾ। ਫਿਰ ਚਾਹੇ ਮੰਜੀ ਡਾਲੀ, ਫਿਰ ਚਾਹੇ ਮੇਰੀ ਦਰਗਾਹ 'ਚ ਡੱਲਿਆ ਮੰਜੀ ਡਾਲੀ। ਅਤੇ ਅਗਲੇ ਦਿਨ ਡੱਲੇ ਨੇ ਪਰਿਵਾਰ ਸਮੇਤ ਫਿਰ ਅੰਮ੍ਰਿਤ ਛਕਿਆ। ਸਾਡੇ ਗੁਰੂ ਨਾਲ ਸੰਬੰਧ ਹੀ ਉਦੋਂ ਬਣਦਾ ਹੈ ਜਿੱਦੇ ਅਸੀਂ ਅੰਮ੍ਰਿਤ ਛਕ ਲੈਂਦੇ। ਅਤੇ ਜੇ ਚਾਰਾਂ ਕਰੈਤਾਂ 'ਚੋਂ ਇੱਕ ਵੀ ਕਰਤੀ ਤਾਂ ਗੁਰੂ ਨਾਲ ਟੁੱਟ ਫੁੱਟ ਹੋ ਜਾਣੀ ਹੈ, ਉਹ ਟੁੱਟ ਫੁੱਟ ਜਾਣੀ। ਇੰਨਾ ਕਰਨ ਦੇ ਬਾਅਦ ਹੀ ਟੁੱਟ ਫੁੱਟ ਹੋ ਗਈ, ਖਟਿਆ ਕੀ? ਇਸ ਲਈ ਗੁਰੂ ਮਹਾਰਾਜ ਨੇ ਬਣਾ ਕੇ ਰੱਖਣੇ, ਜਿਹੜੇ ਉਹਨੇ ਕਿਹਾ ਆਹ ਕੰਮ ਨਹੀਂ ਕਰਨੇ, ਬਸ ਨਹੀਂ ਕਰਨੇ, ਜੋ ਮਰਜ਼ੀ ਪਿਆ ਹੋਵੇ ਨਹੀਂ ਕਰਨੇ। ਅਤੇ ਆਪਣਾ ਬਾਣੀ ਪੜ੍ਹੀ ਜਾਣੇ, ਨਾਮ ਜਪੀ ਜਾਣੇ, ਆਪੇ ਗੁਰੂ ਮਹਾਰਾਜ ਸਾਡਾ ਪੱਲਾ ਫੜ ਲੈਣਗੇ, ਸਾਡਾ ਪਾਰ ਉਤਾਰਾ ਕਰ ਦੇਣਗੇ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।